ਸਤਨਾਮ ਸ੍ਰੀ ਵਾਹਿਗੁਰੂ ਜੀ। ਮਾਰੂ ਮਹੱਲਾ ਪੰਜਵਾ। ਸੋਲਹੇ ਇੱਕ ਓੰਕਾਰ ਸਤਿਗੁਰ ਪ੍ਰਸਾਦ। ਗੁਰ ਗੋਪਾਲ ਗੁਰ ਗੋਵਿੰਦਾ ਗੁਰ ਦਇਆਲ ਸਦਾ ਬਖਸ਼ਿੰਦਾ। ਗੁਰ ਸਾਸਤ ਸਿਮਰਤ ਖਟ ਕਰਮਾ। ਗੁਰ ਪਵਿੱਤਰ ਅਸਥਾਨਾ ਹੈ। ਗੁਰ ਗੋਪਾਲ ਗੁਰ ਗੋਵਿੰਦਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੋਟ ਬ੍ਰਹਮੰਡਾਂ ਦੇ ਮਾਲਕ ਜੁਗੋ ਜੁਗੀ ਅਟਲ ਸ਼ਬਦਾ ਅਵਤਾਰ ਦਸਾਂ ਪਾਤਸ਼ਾਹੀਆਂ ਦੀ ਆਤਮਕ ਜੋਤ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਪਵਿੱਤਰ ਪਾਵਨ ਹਜ਼ੂਰੀ ਦੇ ਵਿੱਚ ਜੁੜ ਮਿਲ ਬੈਠੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ। ਆਓ ਬੜੇ ਪਿਆਰ ਯਾਰ ਸਤਿਕਾਰ ਦੇ ਨਾਲ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮਗਤ ਮੇਰੀ। ਜਲਨ ਬੁਝੀ ਸੀਤਲ ਹੋਏ ਮਨੁਆ ਸਤਿਗੁਰ ਕਾ ਦਰਸ਼ਨ ਪਾਈ ਜੀਓ। ਸਤਿਗੁਰਾਂ ਦੀ ਪਵਿੱਤਰ ਅੰਮ੍ਰਿਤ ਬਾਣੀ ਦੀ ਕਥਾ ਵਿਚਾਰ ਵਿਆਖਿਆ ਸੋ ਸਰਵਣ ਕਰਕੇ ਲਾਹ ਪ੍ਰਾਪਤ ਕਰੋ ਜੀ। ਇੱਕ ਵਾਰ ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ ਜੀ। ਮਾਰੂ ਮਹੱਲਾ ਪੰਜਵਾ। ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਮਾਰੂ ਰਾਗ ਦੇ ਅੰਦਰ ਇਹ ਜੋ ਪਾਵਨ ਬਾਣੀ ਹੈ ਸੋਲਹੇ ਇਹ ਬਾਣੀ ਦਾ ਨਾਮ ਹੈ। ਇਸ ਦਾ ਅਰਥ ਤਾਂ ਇਹ ਹੈ ਕਿ 16 ਪੌੜੀਆਂ ਵਾਲੇ ਸ਼ਬਦ ਆਉਣਗੇ ਤੇ ਪਰ ਜਿਹੜੇ ਸ਼ਬਦ ਤੇ ਕੱਲ ਸਮਾਪਤੀ ਕੀਤੀ ਸੀ ਉਹ ਸੀ 17 ਪੌੜੀਆਂ ਵਾਲਾ ਤੇ ਇਹਦੇ ਤੋਂ ਪਹਿਲਾ ਸ਼ਬਦ ਸੀਗਾ 15 ਪੌੜੀਆਂ ਵਾਲਾ। 16 ਬਾਣੀ ਦਾ ਨਾਮ ਹੈ। ਪੌੜੀਆਂ 15 ਵੀ ਆ ਜਾਂਦੀਆਂ ਨੇ 16 ਵੀ ਆ ਜਾਂਦੀਆਂ 17 ਵੀ ਅੱਗੇ ਤਾਂ 22 ਪੌੜੀਆਂ ਆਉਣਗੀਆਂ। ਤੋ ਇਸ ਲਈ 16 ਬਾਣੀ ਦੇ ਵਿੱਚ ਗੁਰੂ ਮਹਾਰਾਜ ਸ਼ੁਭ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਇੱਕ ਓੰਕਾਰ ਇੱਕ ਅਦੁੱਤੀ ਬ੍ਰਹਮ ਓੰਕਾਰ ਸਰਬਦਾ ਪ੍ਰਕਾਸ਼ਕ ਸਤਿਗੁਰ ਪ੍ਰਸਾਦ ਜੋ ਸਤਿਗੁਰਾਂ ਦੀ ਕਿਰਪਾ ਨਾਲ ਪ੍ਰਾਪਤ ਹੁੰਦਾ ਹੈ। ਗੁਰ ਗੋਪਾਲ ਗੁਰ ਗੋਵਿੰਦਾ। ਇਹ ਭਾਈ ਸਾਡੇ ਲਈ ਗੁਰੂ ਪ੍ਰਿਥਵੀ ਦੀ ਪਾਲਣਾ ਕਰਨ ਵਾਲੇ ਹਨ ਅਤੇ ਗੁਰੂ ਪ੍ਰਿਥਵੀ ਦੇ ਰੱਖਿਅਕ ਪ੍ਰਭੂ ਦਾ ਸਰੂਪ ਨੇ। ਹੇ ਗੋਬਿੰਦ ਹੇ ਗੋਪਾਲ ਏ ਦਇਆਲ ਲਾਲ ਪ੍ਰਾਨਨਾਥ ਅਨਾਥ ਸਖੇ ਦੀਨ ਦਰਦ ਨਿਵਾਰ। ਸ਼ਲੋਕ ਗੁਰਦੇਵ ਮਾਤਾ ਗੁਰਦੇਵ ਪਿਤਾ ਗੁਰਦੇਵ ਸੁਆਮੀ ਪਰਮੇਸ਼ਵਰਾ। ਗੁਰਦੇਵ ਸਖਾ ਅਗਿਆਨ ਭੰਜਨ ਗੁਰਦੇਵ ਬੰਧਵ ਸਹੋਦਰਾ। ਗੁਰਦੇਵ ਦਾਤਾ ਹਰ ਨਾਮ ਉਪਦੇਸ਼ ਗੁਰਦੇਵ ਮੰਤ ਹਰ ਨਿਰੁਧਰਾ। ਗੁਰਦੇਵ ਸਾਧ ਸਦਬੁੱਧ ਮੂਰਤ ਗੁਰਦੇਵ ਪਾਰਸ ਪਰਸ ਪਰ। ਗੁਰੂ ਹੀ ਸਭ ਕੁਝ ਹਨ। ਗੁਰ ਦਇਆਲ ਸਦਾ ਬਖਸ਼ੰਦਾ
ਰਾਖ ਸਿੰਧ। ਸਤਿਗੁਰੂ ਜੀ ਦਇਆ ਦੇ ਘਰ ਹਨ ਅਤੇ ਹਮੇਸ਼ਾ ਹੀ ਬਖਸ਼ਿਸ਼ ਕਰਨ ਵਾਲੇ ਨੇ ਜਾਂ ਔਗੁਣਾਂ ਨੂੰ ਬਖਸ਼ਣ ਵਾਲੇ ਹਨ। ਗੁਰ ਸਾਸਤ ਸਿਮਰਤ ਖਟ ਕਰਮਾ। ਸਾਡੇ ਲਈ ਗੁਰੂ ਹੀ 6 ਸ਼ਾਸਤਰ ਰੂਪ ਨੇ, 27 ਸਿਮਰਤੀਆਂ ਰੂਪ ਨੇ ਅਤੇ 6 ਤਰ੍ਹਾਂ ਦੇ ਕਰਮ ਰੂਪ ਹਨ। ਭਾਵ ਜੋ ਉਪਦੇਸ਼ ਸ਼ਾਸਤਰ ਸਿਮਰਤੀਆਂ ਦੇ ਕਰਦੇ ਨੇ ਉਹ ਸਿਧਾਂਤ ਗੁਰੂ ਜੀ ਹੀ ਦੱਸ ਦਿੰਦੇ ਨੇ, ਜਾਂ ਸ਼ਾਸਤਰ ਸਿਮਰਤੀਆਂ ਦੇ ਪੜ੍ਹਨ ਅਤੇ ਖਾਟ ਕਰਮ ਕਰਨ ਨਾਲ ਜੋ ਫਲ ਪ੍ਰਾਪਤ ਹੁੰਦਾ ਹੈ ਉਹ ਗੁਰਾਂ ਦੀ ਸੇਵਾ ਨਾਲ ਨਿਰਯਤਨ ਹੀ ਪ੍ਰਾਪਤ ਹੋ ਜਾਂਦਾ ਹੈ। ਗੁਰੂ ਹੀ ਪਵਿੱਤਰ ਅਸਥਾਨ ਭਾਵ ਤੀਰਥ ਰੂਪ ਹੈ, ਜਾਂ ਗੁਰਾਂ ਦਾ ਸਤਸੰਗਤ ਸੱਚਖੰਡ ਰੂਪ ਪਵਿੱਤਰ ਅਸਥਾਨ ਹੈ। ਗੁਰ ਪਵਿੱਤਰ ਅਸਥਾਨਾ ਹੈ। ਕੋਈ ਪੀਰ ਪੈਗੰਬਰ ਦੇਵੀ ਦੇਵਤਿਆਂ ਦੇ ਅਸਥਾਨ ਪਵਿੱਤਰ ਨਹੀਂ ਹਨ। ਤੁਸੀਂ ਜਿੱਥੇ ਮਰਜ਼ੀ ਚਲੇ ਜਾਓ, ਮੰਦਰ ਚਲੇ ਜਾਓ, ਮਸੀਤ ਚਲੇ ਜਾਓ, ਜਿਹੜੇ ਸਾਧੂ ਸੰਤ ਨੇ ਉਹ ਚਿਲਮ ਪੀਂਦੇ ਨੇ। ਚਿਲਮ ਅੱਜ ਕੱਲ੍ਹ ਬੜੇ ਚੱਲੇ ਹਨ, ਕੋਈ ਸ਼ਾਹ ਹੈ, ਕੋਈ ਸ਼ਾਹ ਹੈ, ਸਭ ਚਿਲਮ ਪੀਂਦੇ ਨੇ, ਹੁੱਕਾ ਪੀਂਦੇ ਨੇ, ਬੀੜੀਆਂ ਪੀਂਦੇ ਨੇ, ਸਿਗਰਟਾਂ ਫੂਕਦੇ ਨੇ, ਤੰਬਾਕੂ ਤਲੀ 'ਤੇ ਹੱਥ ਮਾਰ ਮਾਰ ਕੇ ਖਾਂਦੇ ਨੇ, ਸ਼ਰਾਬਾਂ ਕਬਾਬਾਂ ਕੋਈ ਥਾਂ ਨਹੀਂ ਹੈ। ਕਿਤੇ ਗੰਗਾ ਦੇ ਕਿਨਾਰੇ 'ਤੇ ਚਲੇ ਜਾਓ, ਸਾਡੇ ਮਹਾਂਪੁਰਖ ਬਾਬਾ ਸ਼ੇਰ ਸਿੰਘ ਜੀ ਜੋ ਕਿ ਸ੍ਰੀ ਹੇਮਕੁੰਟ ਸਾਹਿਬ ਦੀਆਂ ਆਸ-ਪਾਸ ਦੀਆਂ 7 ਚੋਟੀਆਂ ਦੇ ਸ੍ਰੀ ਨਿਸ਼ਾਨ ਸਾਹਿਬ ਚੜ੍ਹਾਉਣ ਦੀ ਹਰ ਸਾਲ ਸੇਵਾ ਕਰਦੇ ਨੇ, ਉਹ ਕਈ ਵਾਰ ਉੱਥੇ ਲੜੇ ਨੇ ਪਹਾੜੀਆਂ ਦੇ ਨਾਲ ਵੀ ਇਹ ਸਾਡੇ ਗੁਰੂ ਸਾਹਿਬ ਦਾ ਸਰੋਵਰ ਹੈ, ਗੁਰੂ ਸਾਹਿਬ ਦਾ ਸਥਾਨ ਹੈ, ਤੁਸੀਂ ਪਾਣੀ ਭਰਨਾ, ਪਾਣੀ ਭਰ ਕੇ ਆਪਦੇ ਰਾਹੇ ਪਾਓ। ਉੱਥੇ ਬੀੜੀਆਂ ਵੀ ਸੁੱਟੀ ਜਾਂਦੇ ਨੇ ਸਰੋਵਰ ਦੇ ਕੰਢੇ, ਕਿਉਂਕਿ ਸੰਗਤ ਤਾਂ ਹੁੰਦੀ ਨਹੀਂ, ਸੰਗਤ ਤਾਂ ਟਾਈਮ ਸਿਰ ਜਾਂਦੀ ਹੈ। 6 ਮਹੀਨੇ ਦਾ ਉੱਥੇ ਖਾਲੀ ਰਹਿੰਦਾ ਹੈ। ਵੈਸੇ ਵੀ ਸੰਗਤਾਂ ਤੇ ਕਾਲਾਂ ਨੂੰ ਆ ਜਾਂਦੀਆਂ ਨੇ, ਉਹ ਪਹਾੜੀਆਂ ਨੇ ਉੱਥੇ ਵੀ ਗੰਦ ਪਾਇਆ ਹੋਇਆ। ਗੁਰੂ ਗੋਬਿੰਦ ਸਿੰਘ ਨੇ ਫਟਫਟ ਪੂਛਾਂ ਤੋਂ ਘੁਮਾਏ ਸੀਗੇ। ਮਹਾਰਾਜ ਨੇ ਕਹਿੰਦੇ ਵੀ ਇਹਨਾਂ ਨੇ ਗੋਡਾ ਵਾਓ, ਇਹਨਾਂ ਦੀਆਂ ਵੱਖੀਆਂ 'ਚ ਕਸੁੰਨ ਜੁੜੋ। ਇੱਥੇ ਕਪਾਲ ਮੋਚਨ ਮਹਾਰਾਜ ਤੀਰਥ ਦੇ ਗਏ ਸੀਗੇ ਕੁਰਕਸ਼ੇਤਰ ਦੇ ਪਾਸ, ਅਤੇ ਉਹ ਜਿਹੜਾ ਵੀ ਆਏ ਉੱਥੇ ਕਹਿਣ ਵਾਲੀ ਗੱਲ ਕੋਈ ਨਹੀਂ, ਅੰਮ੍ਰਿਤ ਵੇਲਾ ਸੱਚ ਨਾਉ, ਬਾਣੀ ਦੀ ਕਥਾ ਚੱਲ ਰਹੀ ਹੈ, ਪਰ ਹੁਣ ਤੁਹਾਨੂੰ ਦੱਸਣਾ ਤਾਂ ਪਊਗਾ ਹੀ। ਕਪਾਲ ਮੋਚਨ ਤੀਰਥ ਹੈ, ਜਲ ਦਾ ਕਿਨਾਰਾ ਹੈ। ਇਹ ਥੋੜ੍ਹਾ ਵੀ ਆਪਦੀ ਕਿਰਿਆ ਉੱਥੇ ਧੋਈ ਜਾਓ, ਕਿਰਿਆ ਹੀ ਕਰੀ ਜਾਓ। ਮਾਰੇ ਕਹਿੰਦੇ ਮਾਰ ਕੇ ਥੱਪੜ ਉਹਦੀ ਪੱਗ ਲਾ ਲਓ ਜਿਹੜਾ ਇਹ ਕੰਮ ਕਰਦਾ। ਇਹ ਤੁਸੀਂ ਤੀਰਥ ਹੈ, ਤੀਰਥ ਦਾ ਸਤਿਕਾਰ ਕਰੋ। ਕੀ ਸਮਝਿਆ ਤੁਸੀਂ? ਇਹ ਕੋਈ ਛੱਪੜ ਦਾ ਪਾਣੀ ਥੋੜ੍ਹਾ, ਮਾਰ ਮਾਰ ਚਪੇੜਾਂ ਉਹਨਾਂ ਦੇ ਮੂੰਹ ਲਾਲ ਕਰ ਸੁੱਟੇ, ਗੋਡਾ ਕੱਡਾ ਵਾਹ ਕੇ ਉਹਨਾਂ ਨੂੰ ਭਜਾ ਦਿੰਦੇ, ਪੱਗ ਲਾ ਕੇ ਰੱਖ ਲੈਂਦੇ। ਇਉਂ ਬੜੀਆਂ ਪੱਗਾਂ ਜਮ੍ਹਾਂ ਹੋ ਗਈਆਂ। ਫਿਰ ਮਾਰੇ ਕਹਿੰਦੇ ਵੀ ਇਹ ਪੱਗਾਂ ਦਾ ਤਾਂ ਸਤਿਕਾਰ ਚਾਹੀਦਾ, ਪੱਗ ਲਾ ਕੇ ਥੱਪੜ ਮਾਰਦੇ ਉਹਦੇ। ਕਹਿੰਦੇ ਕਿ ਧੋਬੀ ਨੂੰ ਦੇ ਆਓ, ਇਹਨਾਂ ਨੂੰ ਧੋ ਕੇ ਚੰਗੀ ਤਰ੍ਹਾਂ ਸਵਾਰ ਕੇ, ਜਿਹੜੀਆਂ ਸੰਗਤਾਂ ਆਈਆਂ ਨੇ ਉਹਨਾਂ ਨੂੰ ਆਪਾਂ ਸਰੋਪੇ ਦਿੰਦੇ ਆ। ਮਸੰਦਾ ਨੂੰ ਸਰੋਪੇ ਦਿੱਤੇ ਸੀ। ਮਤਲਬ ਕੋਈ ਤੀਰਥ ਸਥਾਨ ਨਹੀਂ ਲੋਕਾਂ ਨੇ ਛੱਡਿਆ। ਆ ਜਿਹੜੀ ਗੋਦਾਵਰੀ ਹੈ, ਸੱਚਖੰਡ ਹਜ਼ੂਰ ਸਾਹਿਬ ਜਾਂ ਇੰਨਾ ਗੰਦ ਲੋਕਾਂ ਨੇ ਪਾਇਆ ਹੋਇਆ, ਜੋ ਕੂੜਾ ਕਰਕਟ ਗੰਦ ਸਭ ਗੋਦਾਵਰੀ 'ਚ। ਆ ਜਿਹੜੀ ਗੰਗਾ ਕਹਿਣ ਮੁਤਾਬਕ ਹੀ ਗੰਗਾ ਹੈ, ਗੰਗਾ ਗੁੰਗਾ ਰਹੀ ਕੋਈ ਨਹੀਂ। ਕਿੰਨਾ ਗੰਦ ਹੈ ਉੱਥੇ ਹਰਿਦੁਆਰ, ਕੋਈ ਕਹਿਣ ਦੀ ਗੱਲ ਨਹੀਂ। ਇੱਕ ਗੁਰਦੁਆਰਾ ਗੁਰੂ ਜੀ ਦਾ ਸਥਾਨ ਹੈ ਜਿੱਥੇ ਤੁਸੀਂ ਜੁੱਤੀ ਨਹੀਂ ਲੈ ਕੇ ਆ ਸਕਦੇ। ਜਿਹੜੇ ਡਾਕਟਰ ਨੇ, ਡਾਕਟਰ ਉਹ OT ਦੇ ਵਿੱਚ ਆਪਦੇ ਕੱਪੜੇ ਵੀ ਲਾ ਕੇ
ਜੁੱਤੀ ਤਾਂ ਰੱਖਣੀ ਰੱਖਣੀ ਆ, ਕੱਪੜੇ ਵੀ ਲਾ ਕੇ ਰੱਖ ਦਿੰਦੇ ਨੇ। ਬੰਦਾ ਨਹਾ ਧੋ ਕੇ ਘਰੋਂ ਸੋਹਣੇ ਕੱਪੜੇ ਪ੍ਰੈਸ ਕਰਕੇ ਪਾ ਕੇ ਗਿਆ, ਉੱਥੇ ਜਾ ਕੇ ਕੀ ਹੋ ਗਿਆ? ਪਰ ਨਹੀਂ, ਉੱਥੋਂ ਦੀ ਮਰਜ਼ਾਦਾ ਹੈ ਕਿ ਡਾਕਟਰ ਆਪਦੇ ਘਰ ਵਾਲੇ ਕੱਪੜੇ ਵੀ ਨਹੀਂ ਅੰਦਰ ਲਿਜਾ ਸਕਦਾ। ਕਿਉਂ? ਕਿਉਂਕਿ ਮਰੀਜ਼ ਦੇ ਆਪਰੇਸ਼ਨ ਨੂੰ ਕਰਨਾ ਹੈ, ਉਹਦੀ ਜ਼ਿੰਦਗੀ ਨਾਲ ਖਿਲਵਾੜ ਨਹੀਂ ਹੋਣਾ ਚਾਹੀਦਾ। ਕੋਈ ਜਰਾਸੀਮ ਅੰਦਰ ਪੈ ਜਾਏ, ਕੋਈ ਇਨਫੈਕਸ਼ਨ ਹੋ ਜਾਏ। ਕਿਸੇ ਨੇ ਕੈਂਪ ਲਾਇਆ ਅਤੇ ਕੈਂਪ ਦੇ ਵਿੱਚ ਹੀ ਆਪਰੇਸ਼ਨ ਕਰਕੇ ਲੋਕਾਂ ਨੂੰ ਅੰਨੇ ਕਰ ਸੁੱਟਿਆ, 20-25 ਬੁਰੜੀਆਂ ਅੰਨੀਆਂ ਕਰ ਦਿੱਤੀਆਂ। ਗੌਰਮੈਂਟ ਨੇ ਫਿਰ ਕਾਨੂੰਨ ਸਖਤ ਕੀਤਾ ਵੀ ਆਪਰੇਸ਼ਨ ਥੀਏਟਰ ਤੋਂ ਬਗੈਰ ਹੋ ਹੀ ਨਹੀਂ ਸਕਦਾ। ਜੇ ਤੁਸੀਂ ਕਹੋਗੇ ਕਰਮਕਾਂਡ ਹੈ, ਕਰਮਕਾਂਡ ਥੋੜ੍ਹਾ ਆ, ਹੱਥ ਧੋਣੇ, ਸਫਾਈ ਰੱਖਣੀ ਕੋਈ ਕਰਮਕਾਂਡ ਨਹੀਂ ਹੈ। ਆਹ ਕਰੋਨਾ ਨੇ ਚੰਗੀ ਲੋਕਾਂ ਨੂੰ ਮੱਤ ਦਿੱਤੀ ਹੈ। ਹੁਣ ਦੁਨੀਆ ਮਰਨ ਤੋਂ, ਮੌਤ ਤੋਂ ਡਰਦੀ ਸੁਧਰੀ ਹੈ। ਜੇ ਕਹੋ ਗੁਰੂ ਦੀ ਮਰਜ਼ਾਦਾ, ਕਹਿਣਗੇ ਹੇ ਜੀ ਇਹ ਤਾਂ ਬਾਹਮਣ ਮੱਤ ਹੈ। ਹੁਣ ਕਰੋਨਾ ਤੋਂ ਡਰਦੇ ਤਾਂ ਮਰੇ ਨੇ ਨਾ। ਸੈਨੀਟਾਈਜ਼ਰ ਕਰੋ ਜੀ, ਹੱਥ ਧੋਵੋ ਜੀ, ਕੱਪੜਿਆਂ ਨਾਲ ਟੱਚ ਨਾ ਕਰੋ ਜੀ। ਜੇ ਗੁਰੂ ਜੀ ਦੀ ਗੱਲ ਕਰੀਏ ਫਿਰ ਕਹਿਣਗੇ ਬਾਹਮਣ ਮੱਤ। ਇੱਕ ਸਤਸੰਗਤ ਸਥਾਨ ਜਿੱਥੇ ਆਪ ਬੈਠੇ ਹੋ, ਇਹੀ ਪਵਿੱਤਰ ਹੈ। ਤੁਸੀਂ ਰਾਧਾ ਸੁਆਮੀ ਬਿਆਸ ਜਾਓ, ਲੋਕ ਜੁੱਤੀਆਂ ਆਪਦੇ ਥੱਲੇ ਲੈ ਕੇ ਬੈਠੇ ਹੋਣਗੇ। ਇੱਥੇ ਨਾ ਤਾਂ ਕੋਈ ਗਿੱਲਾ ਕੱਪੜਾ ਲਿਆ ਸਕਦਾ, ਨਾ ਜੁੱਤੀ ਲਿਆ ਸਕਦਾ। ਨਹਾ ਧੋ ਕੇ ਸਾਫ ਸੁਥਰੇ ਬਣ ਗਏ। ਸੱਚਖੰਡ ਹਰਿਮੰਦਰ ਸਾਹਿਬ ਹੀ ਸੇਵਾਦਾਰ ਰੋਕ ਦਿੰਦੇ ਨੇ। ਇਸ ਲਈ ਗੁਰ ਪਵਿੱਤਰ ਅਸਥਾਨ ਹੈ। ਆ ਜਿਹੜਾ ਗੁਰਾਂ ਦਾ ਸਤਸੰਗਤ ਅਸਥਾਨ, ਸੱਚਖੰਡ ਰੂਪ ਅਸਥਾਨ ਹੈ, ਇਹ ਬਹੁਤ ਹੀ ਪਵਿੱਤਰ ਅਸਥਾਨ ਹੈ। ਇਸੇ ਪ੍ਰਕਾਰ ਗੰਗਾ ਜਲ ਗੁਰੂ ਗੋਬਿੰਦ ਨਾਮ, ਗੰਗਾ ਜਮਨਾ ਗੋਦਾਵਰੀ ਸਰਸਤੀ, ਤੇ ਕਰੈ ਉਦਮ ਧੁਰ ਸਾਧੂ ਕੀ ਤਾਈ। ਕਿਲਵਿਕ ਮੈਲ ਭਰੇ ਪਰੇ ਹਮਰੇ ਵਿੱਚ, ਹਮਰੀ ਮੈਲ ਸਾਧੂ ਕੀ ਧੁਰ ਗਵਾਈ। ਗੁਰ ਸਾਸਤ ਸਿਮਰਤ ਖਟ ਕਰਮਾ। ਛੇ ਸ਼ਾਸਤਰ ਭਾਵ ਸਾਂਖ ਜੀਵ ਦਾ ਸਰੂਪ ਕਥਨ ਕਰਦਾ। ਨਿਆਈ ਈਸ਼ਰ ਨੂੰ ਕਰਤਾ ਪੁਣਾ ਸਿੱਧ ਕਰਦਾ ਹੈ। ਵਸੇਖਕ ਸਮੇਂ ਨੂੰ ਕਥਨ ਕਰਦਾ ਹੈ ਕਿ ਅਜਾਈ ਨਾ ਗਵਾਓ। ਪੂਰਬ ਮੀਮਾਂਸਾ ਨਿਸ਼ਕਾਮ ਕਰਮਾਂ ਨੂੰ ਕਰਨ ਲਈ ਕਥਨ ਕਰਦਾ। ਯੋਗ ਸ਼ਾਸਤਰ ਚਿੱਤ ਦੀ ਬਿਰਤੀ ਰੋਕਣ ਨੂੰ ਕਥਨ ਕਰਦਾ। ਚਿੱਤ ਬਿਰਤੀ ਨਿਰੋਧ ਸਹਿਯੋਗਾ। ਇਉਂ ਇਹ ਛੇ ਸ਼ਾਸਤਰਾਂ ਦਾ ਸਿਧਾਂਤ ਗੁਰਾਂ ਦੁਆਰਾ ਹੀ ਪ੍ਰਾਪਤ ਹੁੰਦਾ, ਸਫਲਾ ਹੁੰਦਾ ਹੈ। ਇਸੇ ਪ੍ਰਕਾਰ ਗੁਰ ਸਾਸਤ ਸਿਮਰਤ ਖਟ ਕਰਮਾ। ਸਾ ਉਹ ਜੋ ਸਤ ਸਰੂਪ ਪ੍ਰਭੂ ਹੈ, ਗੁਰੂ ਉਸ ਦਾ ਸਰੂਪ ਹੈ। ਉਹ ਸ਼ਾਸਤਰ ਵੀ ਇਹੀ ਕਥਨ ਕਰਦੇ ਨੇ ਕਿ ਗੁਰੂ ਤੋਂ ਬਿਨਾਂ ਕਲਿਆਣ ਦੀ ਪ੍ਰਾਪਤੀ ਨਹੀਂ ਹੋ ਸਕਦੀ। ਇਸੇ ਪ੍ਰਕਾਰ ਗੁਰ ਸਾਸਤ ਸਿਮਰਤ ਖਟ ਕਰਮਾ। ਗੁਰੂ ਸਾਖਸ਼ਾਤ ਸਤ ਸਰੂਪ ਪ੍ਰਭੂ ਦੀ ਆਗਿਆ ਦੇਣ ਵਾਲੇ ਨੇ। ਇਸ ਲਈ ਸਤਿਗੁਰੂ ਹੀ ਸਾਡੇ ਲਈ ਸ਼ਾਸਤਰ ਰੂਪ ਹਨ। ਸਿਮਰਤੀ ਉਸ ਨੂੰ ਕਹਿੰਦੇ ਨੇ ਜੋ ਵੇਦ ਦੇ ਅਰਥ ਨੂੰ ਚੇਤੇ ਕਰਾਉਂਦੀ ਹੈ। ਇਉਂ ਗੁਰੂ ਜੀ ਪਰਮੇਸ਼ਰ ਦੇ ਸਿਮਰਨ ਨੂੰ ਚੇਤੇ ਕਰਾਉਣ ਵਾਲੇ ਹਨ। ਖਾਟ ਕਰਮ, ਸੰਧਿਆ, ਤਰਪਣ, ਗਾਇਤਰੀ, ਇਸ਼ਨਾਨ, ਅਥਿਤੀ ਪੂਜਨ, ਦੇਵ ਅਰਚਨ। ਸੰਧਿਆ ਭਲੀ ਪ੍ਰਕਾਰ ਪ੍ਰਭੂ ਦੇ ਨਾਮ ਨੂੰ ਧਿਆਉਣ ਵਾਲੇ ਨੇ। ਤਰਪਣ ਪ੍ਰੇਮ ਦੇ ਜਲ ਦਾ ਪ੍ਰਭਾਵ ਪਾਉਣ ਵਾਲੇ ਹਨ। ਗਾਇਤਰੀ ਆਦ ਸੱਚ, ਜੁਗਾਦ ਸੱਚ, ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਇਹ ਗਾਇਤਰੀ ਮੰਤਰ ਦੱਸਦੇ ਨੇ। ਇਸ਼ਨਾਨ ਪਹਿਲਾਂ ਹੀ ਬੇਨਤੀ ਕੀਤੀ ਹੈ ਕਿ ਗੰਗਾ ਜਲ ਗੁਰੂ ਗੋਬਿੰਦ ਨਾਮ। ਸਾਡੇ ਲਈ ਗੁਰੂ ਗੋਬਿੰਦ ਦਾ ਨਾਮ ਹੀ ਗੰਗਾ ਜਲ ਹੈ। ਨਾਮ ਰੂਪੀ ਜਲ ਦੇ ਨਾਲ ਜੀਵ ਦਾ ਇਸ਼ਨਾਨ ਕਰਵਾਉਣ ਵਾਲੇ ਨੇ। ਤੀਰਥ ਨਾਮਣ ਜਾਓ, ਤੀਰਥ ਨਾਮ ਹੈ। ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਅਥਿਤੀ ਪੂਜਨ ਸ਼ਰਨ ਵਿੱਚ ਆਏ ਹੋਏ ਅਭਿਆਗਤਾਂ ਦੀ ਲੰਗਰ ਪਾਣੀ ਵਸਤਰ ਆਦਿਕ ਨਾਲ ਸੇਵਾ ਕਰਦੇ ਨੇ। ਦੇਵ ਅਰਚਨ ਪੂਜਨੀਕ ਸਤਿਗੁਰਾਂ ਦੀ ਆਪ ਪੂਜਾ ਕਰਨੀ।
ਤੇ ਸਿੱਖਾਂ ਤੋਂ ਕਰਵਾਉਣੀ। ਇਉਂ ਗੁਰੂ ਹੀ ਸਾਡੇ ਲਈ ਖਾਟ ਕਰਮ ਨੇ। ਇੰਜ ਮਹਾਰਾਜ ਫਰਮਾਉਂਦੇ ਨੇ। ਗੁਰ ਪਵਿੱਤਰ ਅਸਥਾਨਾ ਹੈ। 6 ਸ਼ਾਸਤਰ 27 ਸਿਮਰਤੀਆਂ 6 ਕਰਮ ਗੁਰੂ ਸਾਹਿਬ ਲਈ। ਗੁਰੂ ਸਾਹਿਬ ਹੀ ਸਾਡੇ ਲਈ ਹਨ। ਜਾਂ ਗੁਰੂ ਸਾਹਿਬ ਜੀ ਦਾ ਹਿਰਦਾ ਰੂਪ ਅਸਥਾਨ ਪਵਿੱਤਰ ਹੈ, ਜਿਸ ਵਿੱਚ ਨਿਤ ਗਿਆਨ ਅਸਥਿਤ ਰਹਿੰਦਾ ਹੈ। ਗੁਰ ਸਿਮਰਤ ਸਭ ਕਿਲ ਵਿਖ ਨਾਸ ਹੈ। ਗੁਰਾਂ ਨੂੰ ਹਰ ਸਮੇਂ ਸਿਮਰਦਿਆਂ ਸਾਰੇ ਕਿਲ ਵਿਖ ਪਾਪ ਉਹ ਨਾਸ਼ ਹੋ ਜਾਂਦੇ ਹਨ। ਗੁਰ ਸਿਮਰਤ ਜਮ ਸੰਗ ਨਾ ਫਸ ਹੈ। ਗੁਰੂ ਜੀ ਦਾ ਸਿਮਰਨ ਕਰਨ ਦੇ ਨਾਲ ਜਿਹੜਾ ਯਮ ਦੂਤ ਹੈ ਉਹਦੇ ਨਾਲ ਫਸੀਦਾ ਨਹੀਂ ਹੈ। ਗੁਰ ਸਿਮਰਤ ਮਨ ਨਿਰਮਲ ਹੋਵੈ। ਗੁਰੂ ਜੀ ਦਾ ਸਿਮਰਨ ਕਰਦਿਆਂ ਮਨ ਜੋ ਹਿਰਦਾ ਹੈ ਵਿਕਾਰਾਂ ਦੀ ਮੈਲ ਤੋਂ ਰਹਿਤ ਹੋ ਕੇ ਉਜਲ ਹੋ ਜਾਂਦਾ ਹੈ। ਗੁਰ ਕਾਟੇ ਅਪਮਾਨਾ ਹੈ। ਗੁਰੂ ਜੀ ਲੋਕ ਪਰਲੋਕ ਵਿੱਚ ਹੋਣ ਵਾਲੇ ਨਿਰਾਦਰ ਨੂੰ ਕੱਟ ਦਿੰਦੇ ਹਨ। ਜਾਂ ਨਿਰਾਦਰੀ ਦਾ ਕਾਰਨ ਜੋ ਹੰਕਾਰ ਹੈ ਉਸ ਨੂੰ ਗੁਰੂ ਜੀ ਕੱਟ ਦਿੰਦੇ ਨੇ। ਜਾਂ ਨਿਰਾਦਰ ਕਰਾਉਣ ਵਾਲੇ ਕਾਮ ਕ੍ਰੋਧ ਆਦਿਕ ਵਿਕਾਰਾਂ ਜਾਂ ਬਾਰੰਬਾਰ ਜੂਨਾਂ 'ਚ ਭਟਕਣ ਰੂਪ ਜੀਵਾਂ ਦੀ ਨਿਰਾਦਰੀ ਨੂੰ ਕੱਟ ਦਿੰਦੇ ਨੇ। ਰੇ ਰੇ ਦਰਗਹਿ ਕਹੈ ਨ ਕੋ, ਆਓ ਬੈਠ ਆਦਰ ਸੁਭ ਦੇਉ। ਗੁਰ ਕਾ ਸੇਵਕ ਨਰਕ ਨਾ ਜਾਏ। ਹੇ ਭਾਈ, ਗੁਰਾਂ ਦਾ ਸੇਵਕ ਦਾਸ ਨਰਕ ਦੇ ਵਿੱਚ ਨਹੀਂ ਜਾਂਦਾ। ਗੁਰ ਕਾ ਸੇਵਕ ਪਾਰ ਬ੍ਰਹਮ ਧਿਆਏ। ਜੋ ਗੁਰੂ ਜੀ ਦਾ ਸੇਵਕ ਦਾਸ ਹੈ ਉਹ ਸਦਾ ਹੀ ਪਾਰ ਬ੍ਰਹਮ ਪਰਮੇਸ਼ਰ ਨੂੰ ਧਿਆਉਂਦਾ ਅਰਾਧਦਾ ਰਹਿੰਦਾ ਹੈ। ਗੁਰ ਕਾ ਸੇਵਕ ਸਾਧ ਸੰਗ ਪਾਏ। ਗੁਰਾਂ ਦਾ ਸੇਵਕ ਸਾਧ ਸੰਗ ਸ੍ਰੇਸ਼ਟ ਜਨਾਂ ਦੀ ਸੰਗਤ ਪ੍ਰਾਪਤ ਕਰਦਾ ਹੈ। ਗੁਰ ਕਰਦਾ ਨਿਤ ਜੀਅ ਦਾਨਾ ਹੈ। ਅਤੇ ਗੁਰੂ ਨਿਤ ਪ੍ਰਤੀ ਉਸ ਨੂੰ ਜੀਵਨ ਮੁਕਤੀ ਦਾ ਦਾਨ ਦੇਣਾ ਕਰਦਾ ਹੈ। ਗੁਰ ਦੁਆਰੈ ਹਰ ਕੀਰਤਨ ਸੁਣੀਐ। ਇਹ ਭਾਈ, ਗੁਰਾਂ ਦੇ ਦੁਆਰ ਵਿੱਚ ਜਾ ਕੇ ਜਾਂ ਗੁਰਾਂ ਦੁਆਰਾ ਹਰੀ ਪਰਮੇਸ਼ਰ ਦੇ ਕੀਰਤਨ ਜਸ ਨੂੰ ਸੁਣਨਾ ਕਰੀਏ। ਸਤਿਗੁਰ ਭੇਟ ਹਰ ਜਸ ਮੁਖ ਭਣੀਐ। ਅਤੇ ਸਤਿਗੁਰਾਂ ਨਾਲ ਮਿਲ ਕੇ ਹਰੀ ਪਰਮੇਸ਼ਰ ਦੇ ਕੀਰਤਨ ਨੂੰ ਆਪਣੇ ਮੂੰਹ ਦੁਆਰਾ ਉਚਾਰਨ ਕਰਦੇ ਰਹੀਏ। ਕਲ ਕਲੇਸ਼ ਮਿਟਾਏ ਸਤਿਗੁਰ। ਸਤਿਗੁਰੂ ਸਾਹਿਬ ਜੀ ਕਲ ਪਾਪ ਅਤੇ ਕਲੇਸ਼ ਝਗੜੇ ਮੇਟ ਦਿੰਦੇ ਨੇ। ਜੋਗੀਆਂ ਨੇ 5 ਪ੍ਰਕਾਰ ਦੇ ਕਲੇਸ਼ ਮੰਨੇ ਨੇ। ਅਵਿਦਿਆ, ਅਸਮਤਾ, ਰਾਗ ਦ્વੈਖ ਤੇ ਅਭਿਨਵੇਸ਼। ਅਵਿਦਿਆ ਅਸਲੀਅਤ ਨਾ ਸਮਝਣੀ, ਸਰੂਪ ਦਾ ਗਿਆਨ ਨਾ ਹੋਣਾ। ਅਸਮਤਾ ਕਿਸੇ ਨਾਲ ਸਮਤੀ ਨਾ ਰਲਣੀ। ਦੇ ਧਨ ਸੰਬੰਧੀ ਆਦਿਕਾਂ ਵਿੱਚ ਹੰਗਤਾ ਕਰਨੀ। ਰਾਗ ਮੋਹ, ਦ્વੈਸ਼ ਈਰਖਾ ਵੈਰ ਵਿਰੋਧ। ਅਭਿਨਵੇਸ਼ ਨਾ ਕਰਨ ਜੋ ਕਰਮਾਂ ਨੂੰ ਜਾਣ ਕੇ ਹੱਠ ਨਾਲ ਕਰਨਾ, ਉਲਟਾ ਹੱਠ ਕਰਨਾ। ਇਉਂ ਜੀਵਾਂ ਦੀ ਕਲਪਨਾ ਦੇ 5 ਪ੍ਰਕਾਰ ਦੇ ਮੰਨੇ ਹੋਏ ਕਲੇਸ਼ ਵੀ ਸਤਿਗੁਰੂ ਜੀ ਮੇਟ ਦਿੰਦੇ ਹਨ। ਹਰ ਦਰਗਹਿ ਦੇਵੈ ਮਾਨਾ ਹੈ। ਅਤੇ ਹਰੀ ਦੀ ਦਰਗਾਹ ਜਿਹੜੀ ਸੱਚਖੰਡ ਰੂਪ ਹੈ, ਸੱਚਖੰਡ ਰੂਪ ਦਰਗਾਹ ਵਿੱਚ ਵੀ ਆਦਰ ਸਤਿਕਾਰ ਦੇਣਾ ਕਰਦੇ ਨੇ। ਆਗਮ ਅਗੋਚਰ ਗੁਰੂ ਦਿਖਾਇਆ। ਮਨ ਦੇ ਸੰਕਲਪ ਵਿਕਲਪ ਦੀ ਗਮਤਾ ਤੋਂ ਰਹਿਤ ਅਤੇ ਇੰਦਰੀਆਂ ਦੇ ਅਵੇਸ਼ੇ ਰਹਿਣ ਵਾਲਾ ਪ੍ਰਭੂ ਗੁਰਾਂ ਨੇ
ਪ੍ਰਗਟ ਕਰਕੇ ਦਿਖਾ ਦਿੱਤਾ ਹੈ। ਭੂਲਾ ਮਾਰਗ ਸਤਿਗੁਰ ਪਾਇਆ। ਅਗਿਆਨ ਕਰਕੇ ਸਰੂਪ ਨਾਲੋਂ ਭੁੱਲਿਆ ਜੀਵ ਸਤਿਗੁਰਾਂ ਨੇ ਭਗਤੀ ਸਹਿਤ ਗਿਆਨ ਦੇ ਰਸਤੇ ਵਿੱਚ ਪਾਇਆ ਹੈ। ਗੁਰ ਸੇਵਕ ਕਉ ਬਿਗਨ ਨਾ ਭਗਤੀ। ਭਗਤੀ ਕਰਦੇ ਹੋਏ ਗੁਰੂ ਦੇ ਸੇਵਕ ਦਾਸ ਨੂੰ ਕੋਈ ਵੀ ਰੁਕਾਵਟ ਨਹੀਂ ਪੈਂਦੀ। ਹਰ ਪੂਰ ਦ੍ਰਿੜਾਇਆ ਗਿਆਨਾ ਹੈ। ਕਿਉਂਕਿ ਗੁਰੂ ਨੇ ਉਸ ਨੂੰ ਹਰੀ ਪਰਮੇਸ਼ਰ ਦਾ ਪੂਰਨ ਗਿਆਨ ਦ੍ਰਿੜ ਪਰਪੱਕ ਕਰਵਾਇਆ ਹੈ। ਗੁਰ ਦ੍ਰਿਸ਼ਟਾਇਆ ਸਭਨੀ ਠਾਈ। ਗੁਰਾਂ ਨੇ ਸੇਵਕ ਨੂੰ ਉਹ ਪ੍ਰਭੂ ਸਾਰੀਆਂ ਥਾਵਾਂ ਵਿੱਚ ਪੂਰਨ ਵਿਆਪਕ ਦਿਖਾ ਦਿੱਤਾ ਹੈ। ਜਲ ਥਲ ਪੂਰ ਰਹਿਆ ਗੋਸਾਈ। ਕਿ ਉਹ ਮਾਲਕ ਪ੍ਰਭੂ ਤਰਲ ਥਾਵਾਂ ਖੁਸ਼ਕ ਥਾਵਾਂ ਵਿੱਚ ਪੂਰਨ ਹੋ ਰਿਹਾ ਹੈ। ਇਸੇ ਪ੍ਰਕਾਰ ਜਲ ਥਲ ਪੂਰ ਰਹਿਆ ਗੋਸਾਈ। ਜਲ ਦੀ ਨਿਆਈ ਉੱਤਮ ਅਧਿਕਾਰੀਆਂ ਅਤੇ ਥਲ ਦੀ ਨਿਆਈ ਕਨਿਸ਼ਟ ਅਧਿਕਾਰੀਆਂ ਵਿੱਚ ਉਹ ਵਾਹਿਗੁਰੂ ਪੂਰਨ ਹੋ ਰਿਹਾ ਹੈ। ਊਚ ਊਨ ਸਭ ਏਕ ਸਮਾਨਾ। ਉੱਚੇ ਥਾਂ ਬ੍ਰਹਮਾਦਿਕ ਤੇ ਨੀਵੇਂ ਥਾਂ ਗੁਣਾਂ ਤੋਂ ਹੀਣੇ ਮਨੁੱਖਾਂ ਆਦਿਕ ਸਭਨਾਂ ਦੇ ਵਿੱਚ ਇੱਕ ਪ੍ਰਭੂ ਹੀ ਸਮਾਇਆ ਹੋਇਆ ਹੈ, ਜਾਂ ਸਾਰਿਆਂ ਵਿੱਚ ਇੱਕ ਸਮਾਨ ਵਸ ਰਿਹਾ ਹੈ। ਮਨ ਲਾਗਾ ਸਹਿਜ ਧਿਆਨਾ ਹੈ। ਉਸ ਪ੍ਰਭੂ ਦੇ ਸੇਵਕ ਦੇ ਹਿਰਦੇ ਵਿੱਚ ਸੁਭਾਵਕ ਹੀ ਧਿਆਨ ਲੱਗਿਆ ਹੋਇਆ ਹੈ। ਗੁਰ ਮਿਲਿਆ ਸਭ ਤ੍ਰਿਸ਼ਨ 부ਝਾਈ। ਗੁਰਾਂ ਦੇ ਨਾਲ ਮਿਲਣ ਕਰਕੇ ਗੁਰਾਂ ਨੇ ਰਸਾਂ ਗਸਾਂ ਦੇ ਭੋਗਣ ਦੀ ਸਾਰੀ ਤ੍ਰਿਸ਼ਨਾ ਦੀ ਅੱਗ ਬੁਝਾ ਦਿੱਤੀ, ਮੇਟ ਦਿੱਤੀ ਹੈ। ਗੁਰ ਮਿਲਿਆ ਨੈ ਜੋ ਹੈ ਮਾਈ। ਨਹਿ ਜੋ ਹੈ ਮਾਈ, ਮਾਈ ਨਾਮ ਹੈ ਮਾਇਆ ਦਾ, ਜੋ ਹੈ ਨਾਮ ਹੈ ਦੇਖਣ ਦਾ। ਗੁਰਾਂ ਦੇ ਨਾਲ ਮਿਲਣੇ ਕਰਕੇ ਮਾਇਆ ਦੇਖ ਤੱਕ ਨਹੀਂ ਸਕਦੀ ਜਾਂ ਪ੍ਰਭਾਵ ਨਹੀਂ ਪਾ ਸਕਦੀ। ਸਤ ਸੰਤੋਖ ਦੀਆ ਗੁਰ ਪੂਰੈ। ਪੂਰਨ ਗੁਰਾਂ ਨੇ ਆਪਣੇ ਸੇਵਕਾਂ ਨੂੰ ਸਤ ਅਤੇ ਸੰਦੋਖ ਦੇਣਾ ਕੀਤਾ ਹੈ। ਨਾਮ ਅੰਮ੍ਰਿਤ ਪੀ ਪਾਨਾ ਹੈ। ਉਹ ਆਪ ਨਾਮ ਰੂਪ ਅੰਮ੍ਰਿਤ ਨੂੰ ਪੀਣਾ ਕਰਦੇ ਨੇ ਤੇ ਹੋਰਨਾਂ ਨੂੰ ਪਿਲਾਉਣਾ ਕਰਦੇ ਹਨ। ਗੁਰ ਕੀ ਬਾਣੀ ਸਭ ਮਾਹੇ ਸਮਾਣੀ। ਗੁਰਾਂ ਦੀ ਨਾਮ ਬਾਣੀ ਸਾਰੇ ਸੰਸਾਰ ਵਿੱਚ ਸਮਾਈ ਹੋਈ ਹੈ, ਜਾਂ ਗੁਰਾਂ ਦੀ ਧੁਰ ਕੀ ਬਾਣੀ ਸਾਰੇ ਖੰਡਾਂ ਬ੍ਰਹਮੰਡਾਂ ਵਿੱਚ ਹੀ ਸਮਾਈ ਹੋਈ ਹੈ। ਆਪ ਸੁਣੀ ਤੈ ਆਪ ਵਖਾਣੀ। ਆਪ ਹੀ ਗੁਰੂ ਨਾਨਕ ਰੂਪ ਹੋ ਕੇ ਕਥਨ ਕੀਤੀ ਹੈ ਵਾਹਿਗੁਰੂ ਜੀ ਨੇ। ਤੈ ਅਤੇ ਆਪ ਹੀ ਗੁਰੂ ਅੰਗਦ ਸਿੱਖ ਰੂਪ ਹੋ ਕੇ ਸੁਣਨਾ ਕੀਤੀ ਹੈ ਵਾਹਿਗੁਰੂ ਜੀ ਨੇ। ਇਸੇ ਪ੍ਰਕਾਰ ਆਪ ਸੁਣੀ ਤੈ ਆਪ ਵਖਾਣੀ। ਪ੍ਰਭੂ ਨੇ ਆਪ ਹੀ ਜਗਿਆਸੂ ਰੂਪ ਹੋ ਕੇ ਉਹ ਨਾਮ ਬਾਣੀ ਆਪ ਸਰਵਣ ਕੀਤੀ ਹੈ ਅਤੇ ਆਪ ਹੀ ਗੁਰੂ ਰੂਪ ਹੋ ਕੇ ਕਥਨ ਕੀਤੀ ਹੈ। ਜਿਨ ਜਿਨ ਜਪੀ ਤੇਈ ਸਭ ਨਿਸਤਰੇ। ਜਿਨ੍ਹਾਂ ਜਿਨ੍ਹਾਂ ਨੇ ਗੁਰਾਂ ਦੀ ਬਾਣੀ ਜਪੀ ਹੈ ਉਹ ਸਾਰੇ ਸੰਸਾਰ ਸਮੁੰਦਰ ਤੋਂ ਪਾਰ ਹੋ ਗਏ ਹਨ। ਤਿਨ ਪਾਇਆ ਨਿਹਚਲ ਥਾਨਾ ਹੈ। ਤਿਨਾਂ ਨੇ ਅਚਲ ਸਰੂਪ ਸੱਚਖੰਡ ਰੂਪ ਅਸਥਾਨ ਪਾਇਆ ਹੈ। ਸਤਿਗੁਰ ਕੀ ਮਹਿਮਾ ਸਤਿਗੁਰ ਜਾਣੈ। हे ਭਾਈ, ਸਤਿਗੁਰਾਂ ਦੀ ਸਮਗਰ ਮਹਿਮਾ ਵਡਿਆਈ ਨੂੰ
ਸਤਿਗੁਰੂ ਸਾਹਿਬ ਜੀ ਖੁਦ ਆਪ ਹੀ ਜਾਣਦੇ ਹਨ। ਜੋ ਕਿਛ ਕਰੇ ਸੋ ਆਪਣ ਭਾਣੈ। ਗੁਰੂ ਜੀ ਜੋ ਕੁਝ ਵੀ ਕਰਦੇ ਨੇ ਉਹ ਆਪ ਦੇ ਹੁਕਮ ਰਜ਼ਾ ਅਨੁਸਾਰ ਹੀ ਕਰਦੇ ਹਨ, ਭਾਵ ਕਿਸੇ ਦੇ ਅਧੀਨ ਨਹੀਂ, ਸੁਤੰਤਰ ਹਨ। ਬੇਵਜ਼ੀਰ ਵੱਡੇ ਧੀਰ, ਸਤਿਗੁਰੂ ਜੀ ਦਾ ਕੋਈ ਵਜ਼ੀਰ ਨਹੀਂ ਹੈ, ਬੜੇ ਧੀਰਜ ਵਾਲੇ ਨੇ। ਜੋ ਕੁਝ ਕਰਨਾ ਆਪਣੀ ਮਰਜ਼ੀ ਨਾਲ ਕਰਨਾ ਹੈ। ਸਤਿਗੁਰੂ ਗੁਰੂ ਤੇਗ ਬਹਾਦਰ ਜੀ ਨੇ ਆਖਿਆ ਸੀ, ਗੁਜਰੀ ਜੀ ਇਹਨੂੰ ਬਾਲ ਕਰਕੇ ਨਾ ਜਾਣੀ। ਇਹ ਜੋ ਬਾਲ ਸ੍ਰੀ ਗੁਰੂ ਗੋਬਿੰਦ ਰਾਏ ਜੀ ਹੈ, ਇਹ ਖੁਦ ਪਰਮਾਤਮਾ ਨੇ ਅਵਤਾਰ ਧਾਰਿਆ ਆਪਣੇ ਘਰ ਵਿੱਚ। ਇਹਦੇ ਭਾਣੇ ਵਿੱਚ ਦਖਲ ਨਹੀਂ ਦੇਣਾ, ਜੋ ਇਹ ਕਰਨ ਇਹਨੂੰ ਕਰਨ ਦੇਣਾ ਹੈ। ਤੋ ਗੁਰੂ ਜੀ ਨੇ ਛੋਟੀ ਜਿਹੀ ਉਮਰ ਦੇ ਵਿੱਚ ਹੀ ਫੌਜ ਬਣਾਈ, ਨਗਾਰਾ ਰਣਜੀਤ ਨਗਾਰਾ ਬਣਾ ਕੇ ਖੜਕਾਇਆ। ਮਸੰਦਾ ਨੇ ਬੜਾ ਰੌਲਾ ਪਾਇਆ, ਮਾਤਾ ਜੀ ਚੁੱਪ ਰਹੇ। ਬਦੋ ਬਦੀ ਮਸੰਦਾ ਨੇ ਗੁਰੂ ਜੀ ਨੂੰ ਕਹਾਇਆ ਤਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਮਾਤਾ ਜੀ ਇਹ ਸਾਡੇ ਸਤਿਕਾਰਯੋਗ ਮਾਤਾ ਜੀ, ਅਸੀਂ ਆਪ ਦੇ ਘਰ ਨਗਾਰਾ ਵਜਾ ਰਹੇ ਹਾਂ ਅਤੇ ਕਿੰਨਾ ਕੁ ਚਿਰ ਅਸੀਂ ਤੁਹਾਡੇ ਕੋਲ ਲੁਕ ਕੇ ਰਹਾਂਗੇ। ਜਿਹੜੀ ਡਰਨ ਦੀ ਗੱਲ ਹੈ ਕਿ ਪਹਾੜੀਏ ਕਿਤੇ ਆਹ ਨਾ ਕਰ ਦੇਣ, ਉਹ ਨਾ ਕਰ ਦੇਣ। ਪਹਾੜੀਏ ਕੋਈ ਰੱਬ ਨੇ? ਮੇਰਾ ਰੱਬ ਉੱਪਰ ਹੈ, ਉਹੀ ਮੇਰਾ ਰਾਖਾ ਹੈ। ਖੜ ਕੇ ਤਾਂ ਮੈਂ ਸਰਨ ਦੇ ਹਾਰੀ, ਆਪ ਪਾਦੇ ਲਿਖੋ ਉਬਾਰੇ। ਪਹਾੜੀਏ ਰੱਬ ਨਹੀਂ ਨੇ? ਜਿੰਨਾ ਦੁਨੀਆ ਕੋਲੋਂ ਡਰੋ, ਦੁਨੀਆ ਉਨੀ ਡਰਾਉਂਦੀ ਹੈ, ਅਤੇ ਜਿਹੜੇ ਡਰਦੇ ਨੇ ਉਹਨਾਂ ਨੂੰ ਡਰਾਉਂਦੀ ਹੈ। ਕੋਈ ਅੱਖਾਂ ਕੱਢੇ ਉਹਦੇ ਵੱਲ ਚੰਗੀ ਤਰ੍ਹਾਂ ਵੇਖੋ, ਡਰਨ ਦੀ ਨਹੀਂ ਲੋੜ। ਆਪਾਂ ਕੋਈ ਗੁਨਾਹ ਕੀਤਾ, ਕੋਈ ਗਲਤੀ ਕੀਤੀ ਹੈ, ਗਲਤੀ ਕੀਤੀ ਮਾਫੀ ਮੰਗੋ। ਡਰਨ ਦਾ ਮਤਲਬ ਕੀ ਹੋਇਆ? ਸੋ ਡਰਦਿਆਂ ਨੂੰ ਦੁਨੀਆ ਡਰਾਉਂਦੀ, ਜਿਹੜਾ ਨਹੀਂ ਡਰਦਾ ਉਹ ਤੋਂ ਮੂੰਹ ਘੁਮਾ ਕੇ ਪਰਾਂ ਨੂੰ ਹੋ ਜਾਂਦੇ ਨੇ। ਇਸ ਲਈ ਮੈਂ ਤਾਂ ਨਹੀਂ ਲੁੱਕ ਕੇ ਰਹਿ ਸਕਦਾ। ਮਹਾਰਾਜ ਦਾ ਸੁਭਾਅ ਹੀ ਨਹੀਂ ਸੀਗਾ। ਸਤਿਗੁਰਾਂ ਨੇ ਨਦੀਆਂ ਦੇ ਕਿਨਾਰੇ 'ਤੇ ਘੋੜਿਆਂ ਨੂੰ ਭਜਾਇਆ, ਜੰਗਲਾਂ ਦੇ ਵਿੱਚ ਸ਼ਿਕਾਰ ਖੇਡਿਆ, ਨਗਾਰਾ ਖੜਕਾਇਆ। ਮਹਾਰਾਜ ਸੁਤੰਤਰ ਨੇ, ਕਿਸੇ ਨੂੰ ਕੋਈ ਕਹਿਣਾ ਨਹੀਂ, ਕੋਈ ਜ਼ੁਲਮ ਕੋਈ ਵਧੀਕੀ ਨਹੀਂ ਕਰਨੀ, ਅਤੇ ਆਪ ਦੇ ਉੱਪਰ ਜ਼ੁਲਮ ਸਹਾਰਨਾ ਨਹੀਂ। ਪੈ ਕਾਹੂ ਕੋ ਦੇਤ ਨ ਪੈ ਮਾਨਤੇ ਆਨ, ਕਹੋ ਨਾਨਕ ਸੁਨ ਰੇ ਮਨ, ਗਿਆਨੀ ਤਾਹੇ ਬਖਾਨ। ਪਰ ਲੋਕ ਇੰਨੇ ਭੈੜੇ ਨੇ ਕਲਯੁਗੀ ਵੀ ਜਿਹੜਾ ਬੰਦਾ ਕਿਸੇ ਨਾਲ ਸਹਿਮਤੀ ਨਾ ਪ੍ਰਗਟਾਏ, ਉਹਦੀ ਗੱਲ ਨਾ ਮੰਨੇ, ਉਹਦੇ ਕੋਲ ਡਰੇ ਨਾ, ਉਹ ਮਗਰ ਪੈ ਜਾਂਦੇ ਨੇ ਹੱਥ ਧੋ ਕੇ, ਬੰਦੇ ਨੂੰ ਭਜਾ ਹੀ ਦਿੰਦੇ, ਕੱਢ ਹੀ ਦਿੰਦੇ ਨੇ। ਵੇਖੋ ਗੁਰੂ ਜੀ ਨੂੰ ਟੇਕੇ ਨਹੀਂ ਬਹਿਣ ਦਿੱਤਾ। ਕਿੰਨਾ ਸੋਹਣਾ ਆਨੰਦਪੁਰ ਸਾਹਿਬ 'ਚ ਜੋੜ ਮੇਲਾ ਲੱਗਾ ਸੀ, ਉੱਥੋਂ ਕੱਢ ਕੇ ਸਾਹ ਲਿਆ। ਫਿਰ ਜ਼ਬਾਨ ਤੋਂ ਮੁੱਕਰ ਗਏ ਵੀ ਤੁਹਾਡੇ ਮਗਰ ਨਹੀਂ ਦੌੜਦੇ। ਵੇਖੋ ਗੁਰੂ ਜੀ ਦੇ ਮਗਰ ਮਗਰ ਕਿੰਨਾ ਦੌੜੇ। ਮਹਾਰਾਜ ਨੇ ਰੁਕ ਕੇ ਚਪੇੜਾਂ ਮਾਰੀਆਂ ਵੀ, ਪਰ ਸੁਧਰੀ ਨਹੀਂ ਦੁਨੀਆ। ਆਪ ਦਾ ਸਭ ਕੁਝ ਕੁਰਬਾਨ ਕਰ ਦਿੱਤਾ, ਪਰ ਲੋਕ ਇੰਨੇ ਭੈੜੇ। ਵੇਖੋ ਪੰਜਾਬ ਤੋਂ ਬਾਹਰ ਕੱਢ ਕੇ ਸਾਹ ਲਿਆ। ਕਿੱਥੇ? ਹਜ਼ੂਰ ਸਾਹਿਬ ਮਹਾਰਾਸ਼ਟਰ 'ਚ ਮਹਾਰਾਜ ਨੇ ਜਾ ਕੇ ਫਤਿਹ ਬੁਲਾਤੀ ਵੀ ਸਤਿ ਸ੍ਰੀ ਅਕਾਲ, ਇੰਨਾ ਹੀ ਬਹੁਤ ਹੈ। ਕਿਸੇ ਦੀ ਸੇਵਾ ਕਰੋ, ਗਲ ਪੈਂਦਾ। ਕਮਲੇ ਬੰਦੇ ਦਾ ਇਹੀ ਕੰਮ ਹੈ ਨਾ। ਡਾਕਟਰ ਕਮਲੇ ਦਾ ਇਲਾਜ ਕਰਦਾ, ਉਹ ਕਮਲਾ ਉਹਦੀ ਦਸਤਾਰ ਲਾਉਣ ਤੱਕ ਜਾਂਦਾ। ਇਉਂ ਗੁਰੂ ਜੀ ਤਾਂ ਸਾਡਾ ਭਲਾ ਕਰਨ ਆਏ ਨੇ, ਪਰ ਅਸੀਂ ਉਹਨਾਂ ਦੀ ਕੀਮਤ ਨਹੀਂ ਜਾਣੀ। ਹੁਣ ਜਿੰਨਾ ਮਰਜ਼ੀ ਕੋਈ ਮੱਥੇ ਟੇਕੀ ਜਾਏ, ਮਾਫ ਕਰਨਾ। ਇਸ ਲਈ ਸਤਿਗੁਰੂ ਦੀ ਮਹਿਮਾ ਨੂੰ, ਸਤਿਗੁਰੂ ਦੀ ਵਡਿਆਈ ਨੂੰ ਸਤਿਗੁਰੂ ਹੀ ਜਾਣਦਾ। ਇਹ ਬਾਣੀ ਦੀ ਵਡਿਆਈ ਮਹਿਮਾ ਨੂੰ ਆਪਾਂ ਕੀ ਜਾਣੀਏ? ਇੰਨੀ ਦੁਨੀਆ ਭੈੜੀ ਕਮਲੀ ਹੋਈ ਪਈ ਹੈ ਵੀ ਨਰਕਾਂ 'ਚ ਵੀ ਇਹਨਾਂ ਨੂੰ ਜਗ੍ਹਾ ਨਹੀਂ ਮਿਲਣੀ। ਧੰਨ ਗੁਰੂ ਗ੍ਰੰਥ ਸਾਹਿਬ। ਹੁਣ ਮੈਂ ਤਾਂ ਬੋਲਦਾ, ਮੇਰੇ ਨਾਲ ਤੁਸੀਂ ਗੱਲ ਕਰ ਸਕਦੇ ਹੋ, ਆ ਸਾਡੀ ਆਪਸ ਦੇ ਵਿੱਚ ਕਸ਼ਮਕਸ਼ ਹੋ ਸਕਦੀ ਹੈ। ਮਹਾਰਾਜ ਤਾਂ ਬੋਲਦੇ ਵੀ ਨਹੀਂ। ਭੈੜੇ ਲੋਕ ਵੇਖੋ ਇਹਨਾਂ ਦੀ ਬੇਅਦਬੀ ਕਰਨ ਦੇ ਤੁਲੇ, ਥਾਂ ਥਾਂ 'ਤੇ ਖਬਰਾਂ ਆ ਰਹੀਆਂ, ਫਲਾਣੀ ਜਗ੍ਹਾ ਹੋ ਗਿਆ, ਫਲਾਣੀ ਜਗ੍ਹਾ ਹੋ ਗਿਆ। ਕਿੰਨਾ ਔਖਾ ਹੈ। ਇਹ ਵਸਤੂ ਤਾਂ ਹੈ ਸੱਚਖੰਡ ਦੀ, ਆਈ ਸਾਡੇ ਭਲੇ ਵਾਸਤੇ ਹੈ, ਪਰ ਅਸੀਂ ਇਹਦੀ ਕਦਰੋਂ ਕੀਮਤ ਨਹੀਂ ਜਾਣੀ। ਗੁਰਦੁਆਰੇ ਦੇ ਸੱਚਖੰਡ ਨੂੰ ਹੀ ਅੱਗ ਲੱਗਦੀ ਹੈ। ਮੈਨੂੰ ਮਾਫ ਕਰਨਾ, ਸਾਰੇ ਸੁੱਖ ਸ਼ਾਂਤੀ ਨਾਲ ਰਹਿਣ, ਸਾਡੇ ਘਰ ਨੂੰ ਕਿਉਂ ਨਹੀਂ ਲੱਗਦੀ? ਬੰਦਾ ਪੁੱਛੇ। ਜਿਹੜਾ ਲਾਉਂਦਾ ਉਹਦੇ ਆਪ ਦੇ ਘਰ ਨੂੰ ਲੱਗੇ, ਕਿਸੇ ਦੇ ਸਰੀਰ ਨੂੰ ਕਿਉਂ ਨਹੀਂ ਲੱਗਦੀ? ਹੁਣ ਦਾ ਕੋਟਵੇ ਨੇ ਵੀ ਮੰਨਿਆ ਕਿ ਮਹਾਰਾਜ ਜਿਉਂਦਾ ਜਾਗਦਾ ਪੁਰਖ ਹੈ,
ਜੇ ਕਹੀਏ ਵੀ ਪੈਰਾ ਨਹੀਂ ਹੁੰਦਾ, ਇੱਥੋਂ ਮਰ ਗਈ ਤਾਂ ਸੰਗਤ ਹੀ ਕਿਤੇ ਨਹੀਂ, ਉਹ ਹੇਠਾਂ। ਇੰਨੇ ਲੋਕ ਭੈੜੇ ਨੇ, ਲੋਕ ਲਵਾ ਕੇ ਛੱਡਿਆ, ਮਤਲਬ ਮੱਥਾ ਟੇਕਣ ਤੋਂ ਵੀ ਰੋਕ ਦਿੱਤਾ, ਹੁਣ ਕੋਈ ਅੰਦਰ ਹੀ ਨਹੀਂ ਜਾ ਸਕਦਾ। ਪਤਾ ਨਹੀਂ ਕਿੱਥੋਂ ਕਮਲੇ ਆਉਂਦੇ ਨੇ, ਗੁਰਦੁਆਰਾ ਹੀ ਲੱਭਦਾ। ਆ ਕੇ ਮਹਾਰਾਜ ਦੀ ਹਜ਼ੂਰੀ 'ਚ ਕੋਈ ਬਹਿ ਗਿਆ ਕਮਲਾ, ਗੰਦੇ ਕੱਪੜੇ ਪਾਏ, ਮਸਾਂ ਇਹਨੂੰ ਫੜ ਫੁੜ ਧੋ ਕੇ ਬਾਹਰ ਕੱਢਿਆ, ਨਾ ਪਤਾ ਨਾ ਥਾ ਉਹ ਵੀ ਕੌਣ ਹੈ, ਕਿੰਨੇ ਭੇਜਿਆ, ਕੀ ਪਤਾ ਕਾਹਦੇ ਲਈ ਆਇਆ ਸੀ। ਰੁਮਾਲਾ ਚੁੱਕ ਵੀ ਲਿਆ ਉਹਨੇ। ਮਹਾਰਾਜ ਦੀ ਬਾਣੀ ਸਾਡਾ ਭਲਾ ਕਰ ਰਹੀ ਹੈ, ਸੱਚਖੰਡ ਤੋਂ ਆਈ ਹੈ, ਧੁਰ ਕੀ ਬਾਣੀ ਆਈ, ਪਰ ਸਾਨੂੰ ਮੂਰਖਾਂ ਨੂੰ ਇਹਦੀ ਕੀਮਤ ਦਾ ਨਹੀਂ ਪਤਾ। ਸਤਿਗੁਰੂ ਦੀ ਮਹਿਮਾ, ਸਤਿਗੁਰੂ ਦੀ ਵਡਿਆਈ ਸਤਿਗੁਰੂ ਜਾਣਦਾ। ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦੀ ਵਡਿਆਈ ਨੂੰ ਦੁਨੀਆ ਨੇ ਨਹੀਂ ਜਾਣਿਆ, ਅੱਜ ਵੀ ਨਹੀਂ ਜਾਣ ਰਹੇ। ਉਹਨਾਂ ਕੇਸ ਦਾੜੀਆਂ ਵਾਸਤੇ ਆਪਦੇ ਬੱਚੇ ਵਾਰ ਦਿੱਤੇ, ਤੇ ਅਸੀਂ ਵੇਖੋ ਕੀ ਉਹਨਾਂ ਨੂੰ ਸਰੂਪਾ ਦੇ ਰਹੇ ਹਾਂ। ਕੇਸ ਮੂੰਹ ਬਣਾ ਕੇ ਫਿਰ ਵੀ ਕਹਿੰਦੇ ਆ ਵੀ ਆਪਾਂ ਗੁਰਦੁਆਰੇ ਦੇ ਬੰਦੇ ਹਾਂ ਜੀ, ਸਾਨੂੰ ਪ੍ਰਧਾਨ ਬਣਾ ਦਿਓ। ਵੋਟ ਪਾਉਣ ਦਾ ਸ਼ੌਂਕ ਹੈ, ਪਰ ਪੱਗ ਕੋਈ ਹੋਰ ਹੀ ਬੰਨ੍ਹ ਲੈ, ਪੱਗ ਬੰਨਣ ਦਾ ਸ਼ੌਂਕ ਨਹੀਂ ਹੈ। ਵੋਟ ਸਾਡੀ ਬਣਨੀ ਚਾਹੀਦੀ ਹੈ, ਕਮੇਟੀ 'ਚ ਸਾਡਾ ਨਾਂ ਹੋਣਾ ਚਾਹੀਦਾ। ਮਾਫ ਕਰਨਾ, ਜੋ ਕਿਛ ਕਰੇ ਸੋ ਆਪਣ ਭਾਣਾ। ਗੁਰੂ ਜੀ ਜੋ ਵੀ ਕੁਝ ਕਰਦਾ ਉਹ ਆਪਦੀ ਰਜ਼ਾ, ਆਪਦੇ ਹੁਕਮ ਦੇ ਅਨੁਸਾਰ ਕਰਦਾ। ਅਸੀਂ ਸੋਚਦੇ ਹਾਂ ਵੀ ਗੁਰੂ ਸਾਨੂੰ ਪੁੱਛ ਕੇ ਤੁਰੇ, ਸਾਡੇ ਅਧੀਨ ਰਹੇ। ਆ ਜਲੰਧਰ ਜ਼ਿਲ੍ਹੇ ਵਿੱਚ ਜਿੰਨੀਆਂ ਕਬਰਾਂ ਨੇ ਮਟੀਆਂ ਨੇ, ਬੁੱਢਾ ਸ਼ਰਾਬ ਪੀ ਕੇ ਮਰ ਗਿਆ, ਉੱਥੇ ਲਿਖਦਾ ਸ਼ਹੀਦ ਬਾਬੇ, ਫਲਾਣਿਆਂ ਦੇ ਜਠੇਰੇ, ਢਿਮਕੜਿਆਂ ਦੇ ਜਠੇਰੇ। ਹੁਣ ਬਾਬੇ ਨੂੰ ਤੰਗ ਦੁਖੀ ਪਰੇਸ਼ਾਨ ਕਰਦੇ। ਮਹਾਰਾਜ ਨੇ ਵੀ ਕੁਝ ਬੋਲਣਾ ਨਹੀਂ ਹੋਇਆ, ਜਿੱਥੇ ਮਰਜ਼ੀ ਚੁੱਕ ਕੇ ਲੈ ਜਾਓ। ਉਹ ਕਬਰਾਂ ਮੜੀਆਂ ਮਟਾਂ ਦੇ ਜਠੇਰਿਆਂ ਦੇ ਜਾ ਕੇ ਖੰਡ ਪਾਠ ਕਰਾਉਂਦੇ, ਦੱਸੋ ਕੋਈ ਰੋਕ ਸਕਦਾ? ਗੁਰਦੁਆਰਾ ਸਾਡਾ, ਪੈਸੇ ਅਸੀਂ ਲਾਏ, ਬਾਬਾ ਸਾਡਾ ਅਸੀਂ ਰੱਖਿਆ, ਤਨਖਾਹ ਦਿੰਦੇ, ਮਹਾਰਾਜ ਮੁੱਲ ਖਰੀਦ ਕੇ ਅਸੀਂ ਲਿਆਂਦਾ। ਮਾਫ ਕਰਨਾ, ਤੁਸੀਂ ਕੌਣ ਹੁੰਦੇ ਹੋ ਖੰਡ ਪਾਠ ਤੋਂ ਨਾ ਕਰਨ ਵਾਲੇ? ਕਈ ਪਾਠੀਆਂ ਨੂੰ ਕੁੱਟ ਕੇ ਭਜਾਇਆ ਸਿੰਘਾਂ ਨੇ। ਇਹ ਮੂਰਖੋ, ਇੱਕ ਬੰਦਾ ਤਾਂ ਮੂਰਖ ਹੈ। ਤੁਸੀਂ ਮਹਾਰਾਜ ਨੂੰ ਕਬਰ 'ਤੇ ਪ੍ਰਕਾਸ਼ ਕੀਤਾ ਹੋਇਆ, ਗੁਰਦੁਆਰਾ ਨਹੀਂ ਲੱਭਿਆ। ਅੱਜ ਕੱਲ੍ਹ ਤਾਂ ਵਿਆਹਾਂ ਸ਼ਾਦੀਆਂ ਵਾਲਿਆਂ ਨੂੰ ਵੀ ਸਮਝਾ ਦਿੱਤਾ ਵੀ ਜਿਹਨੇ ਵਿਆਹ ਕਰਾਉਣਾ ਹੱਥ ਜੋੜ ਕੇ ਮਹਾਰਾਜ ਦੀ ਹਜ਼ੂਰੀ 'ਚ ਆਓ। ਉੱਥੇ ਲੋਕ ਸ਼ਰਾਬ ਪੀਵੀ ਜਾਂਦੇ ਨੇ, ਉੱਥੇ ਜੁੱਤੀਆਂ ਜੋੜੇ, ਉੱਥੇ ਹੀ ਜਰਾਬਾਂ, ਉੱਥੇ ਹੀ ਸਾਰਾ ਕੁਛ, ਅਤੇ ਉੱਥੇ ਹੀ ਮਹਾਰਾਜ ਪੈਲਸ ਦੇ ਵਿੱਚ ਨਹੀਂ ਜਾਊਗਾ ਗੁਰੂ ਸਾਹਿਬ। ਜਿਹਦੀ ਮਰਜ਼ੀ ਇੱਥੇ ਗੁਰਦੁਆਰੇ ਆਓ, ਆਨੰਦ ਕਾਰਜ ਗੁਰਦੁਆਰੇ ਹੋਣਗੇ। ਹੁਕਮਨਾਮਾ ਵੀ ਕੱਢਿਆ ਗਿਆ ਵੀ ਕਿਸੇ ਮੜੀ ਮਾਟ, ਕਿਸੇ ਕਬਰ 'ਤੇ ਮਹਾਰਾਜ ਨਹੀਂ ਲੈ ਕੇ ਜਾਣਾ, ਪਰ ਅਸੀਂ ਟਲਦੇ ਹਾਂ। ਅਸੀਂ ਕਹਿੰਦੇ ਹਾਂ ਗੁਰੂ ਸਾਡੇ ਅਧੀਨ ਹੈ, ਸਾਡੇ ਮੁਤਾਬਕ ਚੱਲੇ, ਪਰ ਮਹਾਰਾਜ ਦੀ ਮਹਿਮਾ ਵੇਖੋ। ਸਾਹਿਬ ਕਹਿ ਰਹੇ ਨੇ, ਜੋ ਕਿਛ ਕਰੇ ਸੋ ਆਪਣ ਭਾਣੈ। ਜੋ ਕੁਝ ਗੁਰੂ ਜੀ ਕਰਦੇ ਆਪਦੇ ਹੁਕਮ ਅਨੁਸਾਰ ਕਰਦੇ, ਉਹ ਕਿਸੇ ਦੇ ਅਧੀਨ ਨਹੀਂ, ਉਹ ਸੁਤੰਤਰ ਹਨ। ਇਸ ਲਈ ਸਾਧੂ ਧੂਰ ਜਾਚਹਿ ਜਨ ਤੇਰੇ। ਇਹ ਸਤਿਗੁਰੂ ਜੀ, ਅਸੀਂ ਤੇਰੇ ਸਾਧੂ ਜਨ ਸੇਵਕ ਜਨਾਂ ਦੇ ਚਰਨਾਂ ਦੀ ਧੂੜੀ ਮੰਗਦੇ ਹਾਂ। ਨਾਨਕ ਸਦ ਕੁਰਬਾਨਾ ਹੈ। ਸਤਿਗੁਰੂ ਅਰਜਨ ਦੇਵ ਮਹਾਰਾਜ ਫਰਮਾਉਂਦੇ ਨੇ ਕਿ ਅਸੀਂ ਹਮੇਸ਼ਾ ਗੁਰਾਂ ਤੋਂ ਬਲਿਹਾਰ ਜਾਂਦੇ ਹਾਂ। ਇੱਥੇ ਵੇਖੋ 9 ਪੌੜੀਆਂ ਦੇ ਹੀ ਸ਼ਬਦ ਸੰਪੂਰਨ ਹੋ ਗਿਆ। ਸੋ ਇੰਜ ਬਾਣੀ ਦਾ ਨਾਮ 16 ਇਹ ਹੈ, ਜ਼ਰੂਰੀ ਨਹੀਂ ਵੀ 16 ਹੀ ਪੌੜੀਆਂ ਆਉਣ। ਇੱਥੇ 9 ਦੀ ਸਮਾਪਤੀ ਹੋ ਗਈ। ਅੱਗੇ ਨਵਾਂ ਸ਼ਬਦ ਸੁਣੋ। ਮਾਰੂ ਸੋਲਹੇ ਮਹੱਲਾ ਪੰਜਵਾ। ਪੰਜਵੇਂ ਪਾਤਸ਼ਾਹ ਸਤਿਗੁਰੂ ਅਰਜਨ ਦੇਵ ਜੀ ਮਾਰੂ ਰਾਗ ਵਿੱਚ 16 ਸ਼ਬਦ ਉਚਾਰਨ ਕਰ ਰਹੇ ਹਨ। ਇੱਕ ਓੰਕਾਰ, ਇੱਕ ਅਦੁੱਤੀ ਬ੍ਰਹਮ, ਓੰਕਾਰ ਸਰਬ ਦਾ ਪ੍ਰਕਾਸ਼ਕ, ਸਤਿਗੁਰ ਪ੍ਰਸਾਦ, ਜੋ ਸਤਿਗੁਰਾਂ ਦੀ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ। ਆਦ ਨਿਰੰਜਨ ਪ੍ਰਭ ਨਿਰੰਕਾਰਾ। ਸਾਰੇ ਸੰਸਾਰ ਦਾ ਮੁੱਢ, ਮੂਲ ਰੂਪ, ਸ਼ੁੱਧ ਸਰੂਪ ਪਰਮੇਸ਼ਰ, ਮਾਇਕੀ ਆਕਾਰਾਂ ਤੋਂ ਰਹਿਤ ਹੈ। ਸਭ ਮਹਿ ਵਰਤੈ ਆਪ ਨਿਰਾਰਾ। ਉਹ ਸਭਨਾ ਜੀਵਾਂ ਦੇ ਵਿੱਚ ਵਰਤ ਰਹੀ ਹੈ, ਪਰ ਆਪ ਜੀਵਾਂ ਦੇ
ਕਰਮਾਂ ਤੋਂ ਅਸੰਗ ਰਹਿੰਦਾ ਹੈ। ਪਾਪ ਪੁੰਨ ਕਾ ਇਸ ਲੇਪ ਨਾ ਲਾਗੈ। ਵਚਨ ਜਾਤ ਵਰਨ ਜਾਤ ਚਿਹਨ ਨਹੀਂ ਕੋਈ। ਉਸ ਪ੍ਰਭੂ ਦਾ ਖੱਤਰੀ ਬ੍ਰਾਹਮਣ ਆਦਿਕ ਕੋਈ ਵਰਨ ਨਹੀਂ ਹੈ। ਮੁਸਲਮਾਨ ਹਿੰਦੂ ਆਦਿਕ ਕੋਈ ਜਾਤੀ ਨਹੀਂ ਹੈ। ਕੰਠੀ ਮਾਲਾ ਆਦਿਕ ਚਿੰਨ ਕੋਈ ਨਹੀਂ ਹੈ। ਸਭ ਹੁਕਮੇ ਸ੍ਰਿਸ਼ਟ ਉਪਾਏ ਦਾ। ਅਤੇ ਉਹ ਵਾਹਿਗੁਰੂ ਆਪਦੇ ਹੁਕਮ ਦੇ ਵਿੱਚ ਹੀ ਸਾਰੀ ਸ੍ਰਿਸ਼ਟੀ ਨੂੰ ਪੈਦਾ ਕਰਦਾ ਹੈ। 184 ਜੋਨ ਸਬਾਈ। ਉਸ ਪ੍ਰਭੂ ਨੇ 84 ਲੱਖ ਸਾਰੀਆਂ ਜੂਨਾਂ ਆਪ ਪੈਦਾ ਕੀਤੀਆਂ ਨੇ। ਮਾਨਸ ਕਉ ਪ੍ਰਭ ਦੀ ਵਡਿਆਈ। ਇਹਨਾਂ ਜੂਨੀਆਂ ਵਿੱਚੋਂ ਮਨੁੱਖਾ ਜਨਮ ਨੂੰ ਪਰਮੇਸ਼ਰ ਨੇ ਆਪਦੀ ਪ੍ਰਾਪਤੀ ਦੀ ਵਡਿਆਈ ਦੇਣਾ ਕੀਤੀ ਹੈ। ਇਸ ਪੌੜੀ ਤੇ ਜੋ ਨਰ ਚੁਕੈ। ਇਸ ਮਨੁੱਖਾ ਜਨਮ ਦੀ ਪੌੜੀ ਤੋਂ ਜਾਂ ਇਸ ਮਨੁੱਖਾ ਜਨਮ ਵਿੱਚ ਪ੍ਰੇਮਾ ਭਗਤੀ ਜਾਂ ਸਤ ਭੂਮਿਕਾ ਰੂਪ ਪੌੜੀ ਚੜ੍ਹਨ ਤੋਂ ਜਿਹੜਾ ਵੀ ਮਨੁੱਖ ਉੱਕ ਜਾਂਦਾ ਖੁੱਝ ਜਾਂਦਾ ਹੈ। ਸੋ ਆਏ ਜਾਏ ਦੁੱਖ ਪਾਏ ਦਾ। ਉਹ 84 ਲੱਖ ਜੂਨਾਂ ਵਿੱਚ ਆਉਂਦਾ ਜਾਂਦਾ ਹੋਇਆ ਜੰਮਣ ਮਰਨ ਦਾ ਦੁੱਖ ਕਸ਼ਟ ਪਾਉਣਾ ਕਰਦਾ ਹੈ। ਇੱਕ ਵਾਰ ਕਬੀਰ ਸਾਹਿਬ ਜੀ ਰਸਤੇ ਜਾ ਰਹੇ ਸਨ। ਕਿਸੇ ਜੱਟ ਜ਼ਿਮੀਂਦਾਰ ਦੇ ਘਰ ਅੱਗੇ ਕੋਈ ਬਲਦ ਉਹ ਚੌਂਕ ਵਿੱਚ ਬੈਠਾ ਹੋਇਆ ਸੀ ਤੇ ਉਹਨੂੰ ਉਹ ਕੁੱਟ ਰਹੇ ਸੀ ਤੇ ਧੂ ਘੜੀਸ ਕਰ ਰਹੇ ਸੀ। ਉਹ ਏਡਾ ਢੀਠ ਉੱਠ ਕੇ ਤੁਰਦਾ ਨਹੀਂ ਸੀ, ਕੁੱਟ ਖਾਈ ਜਾਂਦਾ ਸੀ। ਕਬੀਰ ਜੀ ਆਏ, ਕਹਿੰਦੇ ਲੋਕ ਕਿਵੇਂ ਇਕੱਠੇ ਹੋਏ ਨੇ, ਕੀ ਹੋਇਆ ਭਾਈ? ਕਹਿੰਦੇ ਕਬੀਰ ਜੀ ਆ ਬਲਦ ਨਹੀਂ ਉੱਠਦਾ। ਮਸਾਂ ਘਰ ਚੋਂ ਧੂ ਘੜੀਸ ਕੇ ਬਾਹਰ ਕੱਢਿਆ ਤੇ ਹੁਣ ਇੱਥੇ ਹੀ ਬੈਠ ਗਿਆ। ਕਹਿੰਦੇ ਪਰੇ ਹੋਵੋ, ਮੈਂ ਇਹਨੂੰ ਉਠਾਉਂਦਾ। ਆਪਣੀ ਦਿਵ ਦ੍ਰਿਸ਼ਟੀ ਨਾਲ ਉਹਦਾ ਪਿਛਲਾ ਜਨਮ ਦੇਖਿਆ, ਉਹਦੇ ਕੰਨ 'ਚ ਫੂਕ ਮਾਰੀ। ਕਹਿੰਦੇ ਸੰਤ ਜੀ ਮਹਾਰਾਜ, ਇਹ ਬਾਬਾ ਜੀ ਤੁਸੀਂ ਬਾਬਾ ਜੀ ਨਹੀਂ ਹੋ, ਸੰਤ ਨਹੀਂ ਹੋ, ਆਪਣੇ ਆਪ ਨੂੰ ਮਹਾਤਮਾ ਨਾ ਸਮਝੋ, ਤੁਸੀਂ ਬਲਦ ਬਣੇ ਹੋਏ ਹੋ। ਆਹ ਜੂਨ ਤੁਹਾਡੀ ਬਲਦ ਦੀ ਹੈ। ਬੰਦੇ ਦੇ ਪੁੱਤ ਬਣ ਕੇ ਉੱਠ ਕੇ ਤੁਰ ਪਓ, ਇਹਨਾਂ ਦੀਆਂ ਪੈਲੀਆਂ ਵਾਹੋ ਤੇ ਆਪਦਾ ਲੇਖਾ ਭਗਤਾਓ ਤੇ ਸੁਰਖਰੂ ਹੋ ਕੇ ਪਰਲੋਕ ਨੂੰ ਜਾਓ। ਨਹੀਂ ਤੇ ਇਹ ਕਿਸੇ ਦੇ ਮਿੱਤਰ ਹੀ ਨਾ ਕੁੱਟ-ਕੁੱਟ ਤੁਹਾਨੂੰ ਇੱਥੇ ਮਾਰ ਸੁੱਟਣਾ, ਅਗਲਾ ਜਨਮ ਫਿਰ ਲੈਣਾ ਪੈਣਾ ਇਹਨਾਂ ਦੇ ਘਰ। ਪੈਲੀਆਂ ਇਹਨਾਂ ਦੀਆਂ ਵਾਹੁਣੀਆਂ ਪੈਣੀਆਂ। ਭਲਵਾਨ ਸੀ ਨਾ ਉੱਠ ਕੇ ਤੁਰ ਪਾ। ਉਹਦੇ ਗੱਲ ਘੁੰਗਰੂ ਜੇ ਪਾਇਓ, ਮਾਰਦਾ ਟੀਟ ਨੇ ਪੂਛ ਘਮਾਉਂਦਾ ਜਿਉਂ ਭੱਜਿਆ। ਮੁੜ ਕੇ ਨਹੀਂ ਪਿੱਛਾ ਪਾਉਂਗੇ ਵੇਖਿਆ। ਪੁਰਾਣੀ ਦੀ ਵੀ ਲੋੜ ਨਹੀਂ ਪਈ। ਕਬੀਰ ਜੀ ਦੇ ਵੱਲ ਵੇਖ ਕੇ ਸਾਰੇ ਲੋਕ ਬੜੇ ਹੈਰਾਨ ਹੋਏ। ਉਹ ਘਰ ਵਾਲੇ ਕਹਿਣ ਲੱਗੇ, ਕਬੀਰ ਜੀ ਕੀ ਤੁਸੀਂ ਫੂਕ ਮਾਰੀ ਇਹਦੇ ਕੰਨ 'ਚ? ਇਹਨੂੰ ਕੀ ਸਮਝਾਇਆ ਡੰਗਰ ਪਸ਼ੂ ਨੂੰ? ਉਹ ਕਹਿੰਦੇ ਭਲਿਓ ਮਾਨਸੋ, ਇਹ ਤੁਹਾਡਾ ਸੰਤ ਜੇ, ਜਿਹੜਾ ਤੁਹਾਡੇ ਚੁਬਾਰੇ 'ਚ ਰਹਿੰਦਾ ਹੁੰਦਾ ਸੀ। ਤੁਸੀਂ ਇਹਨੂੰ ਦੁੱਧ ਘਿਓ ਮਲਾਈਆਂ ਖਵਾ ਖਵਾ, ਧੰਨ ਬਾਬਾ ਜੀ, ਧੰਨ ਗੁਰੂ ਜੀ। ਲੋਕ ਇੰਨੇ ਕਮਲੇ ਨੇ, ਸੰਤ ਅਖਵਾਉਣਾ ਪਿੱਛੇ ਰਹਿ ਗਿਆ, ਗੁਰੂ ਅਖਵਾਉਂਦੇ ਨੇ। ਇਹ ਤੁਹਾਡਾ ਗੁਰੂ ਬਣ ਕੇ ਬੈਠਾ ਸੀ, ਤੁਹਾਡੀ ਜ਼ਿੰਮੇਵਾਰੀ ਚੁੱਕਦਾ ਸੀ, ਪਰ ਜਿਸ ਦਾ ਦਿੱਤਾ ਖਾਈਏ ਉਹਦਾ ਕੰਮ ਕਰਨਾ ਪੈਂਦਾ ਤੇ ਜਾਂ ਫਿਰ ਲੇਖਾ ਦੇਣਾ ਪੈਂਦਾ ਪਰਲੋਕ ਦੇ ਵਿੱਚ। ਜਿੰਨਾ ਇਹਨੇ ਦੁੱਧ ਪੀਤਾ ਉਹਦਾ ਲੇਖਾ ਹੁਣੇ ਭੁਗਤਾਊਗਾ, ਤੁਹਾਡੀਆਂ ਪੈਲੀਆਂ ਵਾਹੂਗਾ। ਕਹਿੰਦੇ ਇੰਜ ਕਿਵੇਂ ਹੋਇਆ? ਕਹਿੰਦੇ ਅਸੀਂ ਇਹਨੂੰ ਕਹਿੰਦੇ ਹੁੰਦੇ ਸੀ ਤੂੰ ਬਾਣੀ ਪੜ੍ਹਿਆ ਕਰ, ਪਾਠ ਕਰਿਆ ਕਰ, ਵਾਹਿਗੁਰੂ ਵਾਹਿਗੁਰੂ ਕਰਿਆ ਕਰ, ਜਾਂ ਤਾਂ ਸਿਮਰਨ ਕਰਕੇ ਅਗਲੇ ਦੀ ਕਾਮਨਾ ਪੂਰੀ ਕਰੋ, ਉਹਦੀ ਭਜਨ ਬੰਦਗੀ ਦੀ ਉਹਦੇ ਨਿਮਿਤ ਅਰਦਾਸ ਕਰੋ ਤੇ ਜਾਂ ਫਿਰ ਅਗਲੇ ਦਾ ਕੰਮ ਕਰੋ। ਮਰਨ ਲੱਗਿਆ ਵੀ ਇਹਦਾ ਦੁੱਧ 'ਚ ਹੀ ਧਿਆਨ ਰਹਿ ਗਿਆ। ਜਿਹਦੀ ਗਾਂ ਦਾ ਦੁੱਧ ਪੀਂਦਾ ਸੀ ਉਹਦੇ 'ਚ ਹੀ ਧਿਆਨ ਰਹਿ ਗਿਆ, ਦੁੱਧ ਵਿੱਚ ਹੀ, ਤੋ ਗਾਂ ਦਾ ਵੱਛਾ ਬਣ ਕੇ ਜੰਮਿਆ। ਸਾਰੇ ਲੋਕ ਡਰ ਗਏ। ਕਹਿੰਦੇ ਕਬੀਰ ਜੀ ਸਾਨੂੰ ਕੋਈ ਭਲੇ ਦਾ ਉਪਦੇਸ਼ ਦਿਓ, ਸਾਡੇ ਨਾਲ ਇੰਜ ਨਾ ਹੋਏ। ਤਾਂ ਕਬੀਰ ਸਾਹਿਬ ਜੀ ਨੇ
ਸਾਧ ਸੰਗਤ ਜੀ ਬਲਦ ਦਾ ਦ੍ਰਿਸ਼ਟਾਂਤ ਦੇ ਕੇ ਸਾਰਿਆਂ ਨੂੰ ਸਾਂਝਾ ਉਪਦੇਸ਼ ਦਿੱਤਾ। ਰਾਗ ਗੁਜਰੀ ਭਗਤਾਂ ਕੀ ਬਾਣੀ। ਸ੍ਰੀ ਕਬੀਰ ਜੀਓ ਕਾ ਚੌਪਦਾ ਘਰ ਦੂਜਾ, ਇੱਕ ਓੰਕਾਰ ਸਤਿਗੁਰ ਪ੍ਰਸਾਦ। ਚਾਰ ਪਾਵ ਦੋਏ ਸਿੰਘ ਗੁੰਗ ਮੁਖ। ਤੁਸੀਂ ਹੁਣ ਬੰਦੇ ਬਣ ਕੇ ਭਜਨ ਨਹੀਂ ਕਰਦੇ, ਸੰਗਤ 'ਚ ਨਹੀਂ ਆਉਂਦੇ। ਜਦ ਤੁਹਾਡੀਆਂ ਚਾਰ ਲੱਤਾਂ ਹੋ ਗਈਆਂ, ਸਿਰ 'ਤੇ ਦੋ ਸਿੰਘ ਲੱਗ ਗਏ, ਮੂੰਹ ਤੋਂ ਰੱਬ ਨੇ ਗੂੰਗੇ ਕਰ ਦਿੱਤਾ, ਉਦੋਂ ਤਾਂ ਤੁਹਾਨੂੰ ਕਿਸੇ ਨੇ ਆਉਣ ਹੀ ਨਹੀਂ ਦੇਣਾ, ਗੁਰਦੁਆਰੇ ਬਹਿਣ ਹੀ ਨਹੀਂ ਦੇਣਾ, ਕਹਿਣਾ ਡੰਗਰ ਨੂੰ ਭਜਾਓ। ਦੱਸੋ ਕਿਵੇਂ ਭਜਨ ਕਰੋਗੇ? ਇਹ ਮਨੁੱਖਾ ਜਨਮ ਦਾ ਇਹ ਲਾਭ ਹੈ, ਸੰਗਤ ਕਰੋ, ਭਜਨ ਕਰੋ। ਨਹੀਂ ਤਾਂ ਚਾਰ ਪਾਪ ਦੋਏ ਸਿੰਘ ਗੁੰਗ ਮੁਖ, ਤਬ ਕੈਸੇ ਗੁਣ ਗਈ ਹੈ। ਉਠਤ ਬੈਠਤ ਠੇਂਗਾ ਪਰ ਹੈ, ਠੇਂਗਾ ਨਾਮ ਹੈ ਸੋਟੇ ਦਾ। ਉਠਤ ਬੈਠਤ ਠੇਂਗਾ ਪਰ ਹੈ, ਤਬ ਕਤ ਮੂੰਡ ਲੁਕਾਈ ਹੈ। ਮੂੰਡ ਨਾਮ ਹੈ ਮੂੰਹ ਦਾ। ਹੁਣ ਤਾਂ ਸ਼ਰਮ ਆਉਂਦੀ ਗੁਰਦੁਆਰੇ ਆਉਂਦੇ ਹਾਂ ਵੀ ਲੋਕ ਕਹਿਣਗੇ ਫਲਾਣਾ ਬਾਬਾ, ਤੇ ਜਦੋਂ ਕੁੱਤੇ ਬਿੱਲੇ ਬਣ ਕੇ ਗਲੀਆਂ 'ਚ ਤੁਰੇ ਫਿਰੇ ਉਦੋਂ ਸ਼ਰਮ ਨਹੀਂ ਆਊਗੀ? ਸੂਕਰ ਕੂਕਰ ਜੋਨ ਭਰਮੇ ਤਉ ਲਾਜ ਨਾ ਆਈ। ਹੋਣੀ ਸਗੋਂ ਮਹਾਰਾਜ ਦੇ ਲੜ ਲੱਗਣਾ ਚੰਗਾ। ਤਬ ਕਤ ਮੂੰਡ ਲੁਕਾਈ ਹੈ, ਫਿਰ ਕਿੱਥੇ ਮੂੰਹ ਲਗਾਵੇਂਗਾ ਭਾਈ। ਹਰ ਬਿਨ ਬੈਲ ਬਰਾਨੇ ਹੋਈ ਹੈ। ਇੱਕ ਤਾਂ ਡੰਗਰ ਹੁੰਦੇ ਨੇ ਦੁਧਾਰੂ ਪਸ਼ੂ, ਜਿਨ੍ਹਾਂ ਦੀ ਖੁਰਲੀ 'ਤੇ ਹੀ ਸੇਵਾ ਹੁੰਦੀ। ਇੱਕ ਹੁੰਦੇ ਨੇ ਭਾਰ ਢੋਣ ਵਾਲੇ, ਵਿਗਾਰ ਢੋਣ ਵਾਲੇ, ਪੱਠੇ ਦੱਤੇ ਲਿਆਉਣ ਵਾਲੇ, ਹਲ ਵਾਹੁਣ ਵਾਲੇ। ਤੈਨੂੰ ਬਲਦ ਬਣਨਾ ਪਊਗਾ। ਹਰ ਬਿਨ ਬੈਲ ਬਰਾਨੇ ਹੋਈ ਹੈ, ਫਾਟੇ ਨਾਕਣ ਟੂਟੇ ਕਾਦਨ। ਨੱਕ ਪਾੜ ਕੇ ਜੱਟ ਨੱਥ ਪਾ ਲੈਣਗੇ, ਤੇਰੇ ਮੋਢੇ ਟੁੱਟਣਗੇ ਗੱਡਾ ਚੁੱਕ ਚੁੱਕ ਕੇ ਭਾਰ। ਕੋਦੂ ਕੂ ਪੁੱਸ ਖਾਈ ਹੈ, ਵੇਸਟੇਜ ਤੂੜੀ ਫੱਕ ਖਾਣ ਨੂੰ ਮਿਲੇਗੀ। ਅਗਲੇ ਕਹਿੰਦੇ ਇਹਨੇ ਕਿਹੜਾ ਦੁੱਧ ਦੇਣਾ, ਜਿਹਨੇ ਦੁੱਧ ਦੇਣਾ ਹਰਿਆ ਉਹਨਾਂ ਨੂੰ ਪਾਓ। ਫੀਡ ਫੂਡ ਉਹਨਾਂ ਨੂੰ ਪਾਈ ਜਾਂਦੀ ਜਿਹੜੇ ਦੁਧਾਰੂ ਹੁੰਦੇ ਨੇ। ਇਉਂ ਫਾਟੇ ਨਾਕਣ ਟੂਟੇ ਕਾਦਨ, ਕੋਦੂ ਕੂ ਪੁੱਸ ਖਾਈ ਹੈ। ਸਾਰੋ ਦਿਨ ਡੋਲਤ ਬਨ ਮਹੀਆ, ਅਜ ਹੁਣ ਪੇਟ ਅਗਈ ਹੈ। ਭੁੱਖ ਹੋਊਗੀ ਮਨ ਪੱਕੀ, ਤੇ ਖਾਣ ਨੂੰ ਲੋਕ ਦੇਣਗੇ ਨਹੀਂ। ਭਾਰ ਢੋ ਕੇ ਰੂੜੀਆਂ 'ਤੇ ਛੱਡ ਦੇਣਗੇ। ਦੰਦ ਘਸੇ ਹੋਣਗੇ, ਉਹ ਚੱਕੀ ਮਾਰੂਗਾ। ਘਾਹ ਜਿਹੜਾ ਛੋਟਾ ਹੋਊਗਾ ਮੂੰਹ 'ਚ ਆਊਗਾ ਨਹੀਂ, ਉਹ ਸਾਰੀ ਦਿਹਾੜੀ ਚਰਦਾ ਰਹੂਗਾ, ਢਿੱਡ ਫਿਰ ਨਹੀਂ ਭਰੂਗਾ। ਸਾਰੋ ਦਿਨ ਡੋਲਤ ਬਨ ਮਹੀਆ, ਅਜੋ ਹੁਣ ਪੇਟ ਅਗਈ ਹੈ। ਭ੍ਰਮਤ ਫਿਰਤ ਤੇਲਕ ਕੇ ਕੱਪ ਜਿਉਂ, ਤੇਲੀ ਦੇ ਬਲਦ ਦੀ ਤਰ੍ਹਾਂ ਅੱਖਾਂ ਦੇ ਖੋਪੇ ਜਿਹੇ ਲਾ ਕੇ ਉਹ ਗੇੜੀਆਂ ਜੀਆਂ ਦਵਾਈ ਜਾਂਦੇ ਨੇ। ਸੋਚਦਾ ਕਿ ਮੈਂ ਬੜੀ ਦੂਰ ਪਹੁੰਚ ਗਿਆ ਹੋਵਾਂਗਾ। ਜਦ ਸਵੇਰੇ ਉਹ ਖੋਪੇ ਲਾਉਂਦੇ, ਉੱਥੇ ਹੀ ਕੋਲੂ ਦੇ ਉੱਪਰ ਹੀ ਖੜਾ ਹੁੰਦਾ। ਇਹ ਉਹ ਤੇਲੀ ਦੇ ਬਲਦ ਵਾਂਗ ਤੇਰੀ ਮੂਵਮੈਂਟ ਵੇਸਟ ਜਾਏਗੀ। ਜਿਸ ਤਰ੍ਹਾਂ ਸੁਪਨੇ ਵਿੱਚ ਆਪਾਂ ਭੱਜੀ ਜਾਂਦੇ ਹਾਂ, ਪਰ ਸਫ਼ਰ ਤੈਅ ਨਹੀਂ ਹੁੰਦਾ। ਡੰਗਰਾਂ ਨੂੰ ਸੋਝੀ ਤਾਂ ਸਾਰੀ ਹੁੰਦੀ ਆ, ਜਿਸ ਤਰ੍ਹਾਂ ਸਾਨੂੰ ਸੁਪਨਾ ਹੁੰਦਾ, ਪਰ ਉਹ ਕਰ ਕੁਛ ਨਹੀਂ ਸਕਦੇ। ਭ੍ਰਮਦ ਫਿਰ ਤੇਲ ਕੇ ਕੱਪ ਜਿਉਂ, ਗਤ ਬਿਨ ਰਹਿਣ ਬਹੀ ਹੈ। ਇਸ ਲਈ ਰਤਨ ਜਨਮ ਖੋਇਓ, ਪ੍ਰਭ ਪਿਸਰਿਓ, ਇਹੋ ਅਵਸਰ ਕਤ ਪਈ ਹੈ। ਇਹ ਜਿਹੜਾ ਮਨੁੱਖਾ ਰਤਨ ਜਨਮ ਹੈ, ਇਹ ਰਤਨ ਦੀ ਤਰ੍ਹਾਂ ਅਮੋਲਕ ਹੈ। ਇਹ ਤੂੰ ਵਿਸ਼ਿਆਂ ਵਿਕਾਰਾਂ ਦੇ ਵਿੱਚ ਗਵਾ ਦਿੱਤਾ ਵਾਹਿਗੁਰੂ ਨੂੰ ਭੁਲਾ ਕੇ। ਤੇ ਇਹ ਜਿਹੜਾ ਮੌਕਾ ਗੋਲਡਨ ਜੁਬਲੀ ਕਦ ਮਿਲੇਗੀ? ਕਹਿਤ ਕਬੀਰ ਰਾਮ ਨਾਮ ਬਿਨ ਮੂੜ ਤੁਨੇ ਪਛਤਾਈ ਹੈ। ਕਬੀਰ ਜੀ ਕਹਿੰਦੇ ਨੇ ਕਿ ਰਾਮ ਦੇ ਨਾਮ ਜਪੇ ਤੋਂ ਬਿਨਾਂ ਸਿਰ ਫੇਰ ਕੇ ਪਛਤਾਉਣਾ ਪਏਗਾ। ਇਸ ਲਈ ਤੂੰ ਭਜਨ ਕਰ। ਬਿਨ ਭਜਨ ਭਜਨ ਅਹਿਲਾ ਜਨਮ ਗਈ। ਮਹਾਰਾਜ ਦੇ ਭਜਨ ਤੋਂ ਬਗੈਰ ਤੇਰਾ ਮਨੁੱਖਾ ਜਨਮ ਵਿਅਰਥ ਜਾ ਰਿਹਾ ਈ। ਉਹ ਕਿੰਨਾ ਕੁ ਚਿਰ ਭਜਨ ਕਰੀਏ? ਮਹਾਰਾਜ ਕਹਿੰਦੇ ਜਬ ਲਗ ਜਰਾ ਰੋਗ ਨਹੀਂ ਆਇਆ, ਜਦੋਂ ਤੱਕ ਤੁਸੀਂ ਬੁਢੇਪੇ ਨਾਲ ਗਰਸੇ ਨਹੀਂ ਗਏ। ਜਬ ਲਗ ਕਾਲ ਗਰਸੀ ਨਹੀਂ ਕਾਇਆ, ਜੇ ਬੁੱਢੇ ਹੋ ਗਏ ਤਾਂ ਵੀ ਕੋਈ ਗੱਲ ਨਹੀਂ, ਜਦੋਂ ਤੱਕ ਮੌਤ ਨਹੀਂ ਆਈ। ਜਬ ਲਗ ਕਾਲ ਗਰਸੀ ਨਹੀਂ ਕਾਇਆ, ਜਬ ਲਗ ਬਿਗਲ ਭਈ ਨਹੀਂ ਬਾਣੀ, ਜਦੋਂ ਤੱਕ ਤੁਹਾਡੀ ਜ਼ੁਬਾਨ ਬੰਦ ਨਹੀਂ ਹੋਈ ਉਹਨਾਂ ਚਿਰ ਵਾਹਿਗੁਰੂ ਵਾਹਿਗੁਰੂ ਕਰੋ। ਭਜ ਲੇਹ ਰੇ ਮਨ ਸਾਰੰਗ ਪਾਣੀ, ਅਬ ਨਾ ਭਜਸ ਭਜਸ ਕਬ ਭਾਈ,
ਆਵੇ ਅੰਤ ਨਾ ਭਜਿਆ ਜਾਈ। ਅੰਤ ਆਏਗਾ ਤਾਂ ਤੁਹਾਡੇ ਕੋ ਭਜਨ ਨਹੀਂ ਹੋਣਾ, ਤੇ ਮੁੜ ਕੇ ਜੂਨਾਂ 'ਚ ਪੈਣਾ ਹੈ। ਗੌੜੀ ਮਹੱਲਾ ਪੰਜਵਾ। ਕਈ ਜਨਮ ਭੈ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਕਈ ਜਨਮ ਬੰਗੀ ਸਰਪ ਹੋਇਓ, ਕਈ ਜਨਮ ਹੈ ਬ੍ਰਿਖ ਜੋਇਓ। ਮਿਲ ਜਗਦੀਸ਼ ਮਿਲਣ ਕੀ ਬਰੀਆ, ਚਿਰੰਕਾਲ ਇਹ ਦੇਹ ਸੰਜਰੀਆ ਰਹਾਉ। ਕਈ ਜਨਮ ਸੈਲ ਗਿਰ ਕਰਿਆ, ਕਈ ਜਨਮ ਗਰਭ ਹਿਰ ਖਰਿਆ, ਕਈ ਜਨਮ ਸਾਖ ਕਰ ਉਪਾਇਆ। ਲੱਖ 84 ਜੋਨ ਬਰਮਾਇਆ, ਸਾਧ ਸੰਗ ਭਇਓ ਜਨਮ ਪ੍ਰਾਪਤ। ਕਰ ਸੇਵਾ ਭਜ ਹਰ ਹਰ ਗੁਰਮਤਿ, ਤਿਆਗ ਮਾਨ ਝੂਠ ਅਭਿਮਾਨ। ਜੀਵਤ ਮਰੈ ਦਰਗਹਿ ਪਰਮਾਨ। ਸੋ ਇਸ ਲਈ ਮਹਾਰਾਜ ਕਹਿੰਦੇ ਨੇ ਜਿਹੜਾ ਇਸ ਪੌੜੀ ਤੇ ਜੋ ਨਰ ਚੁੱਕੈ, ਜੋ ਇਹ ਮਨੁੱਖਾ ਜਨਮ ਰੂਪੀ ਪੌੜੀ ਤੋਂ ਖੁੰਝ ਜਾਂਦਾ, ਸੋ ਆਏ ਜਾਏ ਦੁੱਖ ਪਾਈਂਦਾ। ਉਹ ਆਉਂਦਾ ਜਾਂਦਾ ਜੰਮਣ ਮਰਨ ਦਾ ਦੁੱਖ ਪਾਉਂਦਾ ਹੈ। ਕੀਤਾ ਹੋਵੇ ਤਿਸ ਕਿਆ ਕਹੀਐ, ਜੋ ਜੀਵ ਪ੍ਰਭੂ ਦਾ ਪੈਦਾ ਕੀਤਾ ਹੋਇਆ ਹੈ, ਤਿਸ ਨੂੰ ਕੀ ਕਹੀਏ ਕਿ ਸਾਡੀ ਮਦਦ ਕਰ। ਪਾਵੋ ਤਾਂ ਆਪ ਕੁਝ ਨਹੀਂ ਕਰ ਸਕਦਾ। ਗੁਰਮੁਖ ਨਾਮ ਪਦਾਰਥ ਲਹੀਐ, ਇਸ ਲਈ ਮੁਖੀ ਗੁਰਾਂ ਦੁਆਰਾ ਜਾਂ ਗੁਰਮੁਖਾਂ ਦੀ ਸੰਗਤ ਕਰਕੇ ਨਾਮ ਰੂਪ ਪਦਾਰਥ ਲੈਣਾ ਕਰੀਏ। ਜਿਸ ਆਪ ਭੁਲਾਏ ਸੋਈ ਭੁਲੈ, ਜਿਸ ਮਨੁੱਖ ਨੂੰ ਪ੍ਰਭੂ ਔਗਣਾਂ ਦੇ ਵਿੱਚ ਫਸਿਆ ਜਾਣ ਕੇ ਆਪ ਆਪਣੇ ਸਰੂਪ ਵੱਲੋਂ ਭੁਲਾ ਦਿੰਦਾ ਹੈ, ਉਹੀ ਮਨੁੱਖ ਮਾਇਆ ਦੇ ਮੋਹ ਵਿੱਚ ਭੁੱਲਦਾ ਹੈ। ਸੋ ਬੁਝੈ ਜਿਸੈ ਬੁਝਾਏ ਦਾ, ਉਹੀ ਮਨੁੱਖ ਜਿਹੜਾ ਹੈ ਸਤਸੰਗੀ ਜਾਣ ਕੇ ਗੁਰਾਂ ਦੁਆਰਾ ਆਪਣਾ ਸਰੂਪ ਸਮਝਦਾ ਹੈ, ਜਿਸ ਨੂੰ ਵਾਹਿਗੁਰੂ ਜੀ ਸਮਝਾਉਂਦਾ ਹੈ। ਹਰਖ ਸੋਗ ਕਾ ਨਗਰ ਇਹੋ ਕੀਆ, ਪ੍ਰਭੂ ਨੇ ਇਹ ਜਿਹੜਾ ਸਰੀਰ ਰੂਪੀ ਨਗਰ ਹੈ ਜਾਂ ਸੰਸਾਰ ਰੂਪੀ ਨਗਰ ਹੈ, ਖੁਸ਼ੀ ਅਤੇ ਗਮੀ ਦਾ ਇਹ ਇੱਕ ਨਗਰ ਬਣਾਉਣਾ ਕੀਤਾ ਹੈ। ਸੇ ਉਬਰੇ ਜੋ ਸਤਿਗੁਰ ਸਰਣੀਆ, ਇਹ ਖੁਸ਼ੀ ਗਮੀ ਤੋਂ ਉਹੀ ਬਚੇ ਨੇ ਜੋ ਪੁਰਖ ਸਤਿਗੁਰਾਂ ਦੀ ਸ਼ਰਨ ਵਿੱਚ ਪਏ ਹਨ। ਤ੍ਰੇਹਾ ਗੁਣਾ ਤੇ ਰਹਿ ਨਿਰਾਰਾ, ਰਹਿ ਨਿਰਾਰਾ ਜਿਹੜਾ ਮਨੁੱਖ ਤਿੰਨਾਂ ਗੁਣ ਰਜੋ ਤਮੋ ਸਤੋ ਇਹਦੇ ਤੋਂ ਅਸੰਗ ਰਹਿੰਦਾ ਹੈ। ਸੋ ਗੁਰਮੁਖ ਸੋਭਾ ਪਾਏ ਦਾ, ਉਹ ਤਤਪਦ ਦੇ ਲੱਖ ਅਰਥ ਨੂੰ ਜਾਣਨ ਵਾਲਾ ਗੁਰਮੁਖ ਗੁਰਾਂ ਦੁਆਰਾ ਲੋਕ ਪਰਲੋਕ ਵਿੱਚ ਵਡਿਆਈ ਪਾਉਣਾ ਕਰਦਾ ਹੈ। ਅਨੇਕ ਕਰਮ ਕੀਏ ਬਹੁ ਤੇਰੇ, ਜੀਵ ਨੇ ਅਨੇਕ ਤਰ੍ਹਾਂ ਦੇ ਕਰਮ ਬੇਅੰਤ ਜਨਮਾਂ ਵਿੱਚ ਕੀਤੇ ਹਨ। ਜੋ ਕੀਜੈ ਸੋ ਬੰਧਨ ਪੈਰੇ, ਜੀਵ ਜਿਹੜੇ ਜਿਹੜੇ ਵੀ ਕਰਮ ਕਾਂਡ ਕਰਦਾ ਹੈ, ਉਹ ਸਭ ਮਨ ਬੁੱਧ ਰੂਪ ਪੈਰਾਂ ਵਿੱਚ ਜੰਜਾਲ ਹੀ ਪਏ ਹਨ। ਕੁਰਤਾ ਬੀਜ ਬੀਜੇ ਨਹੀਂ ਜੰਮੈ, ਜਿਵੇਂ ਕੁਰਤਾ ਬੇਮੌਸਮਾਂ ਬੀਜ ਬੀਜਣਾ ਕਰੇ ਤਾਂ ਉਗਦਾ ਨਹੀਂ ਹੈ, ਇਸੇ ਪ੍ਰਕਾਰ ਜੋਗ ਜਗ ਪੂਜਾ ਕਰਮ ਕਾਂਡ ਉਹਨਾਂ ਪੁਰਾਣੇ ਯੁੱਗਾਂ ਵਿੱਚ ਫਲ ਦਿੰਦਾ ਸੀ। ਸਤ ਯੁੱਗ ਸਤ, ਤੇਤਾ ਜਗੀ, ਦੁਆਪਰ ਪੂਜਾ 4। ਪਰ ਇਹ ਤਿੰਨੋਂ ਯੁੱਗ ਤਿੰਨੋਂ ਜਿਹੜੇ ਕਲ ਕੇਵਲ ਨਾਮ ਆਧਾਰ। ਹੁਣ ਕਲਯੁੱਗ ਦਾ ਸਮਾਂ ਜਿਸ ਵਿੱਚ ਕੇਵਲ ਨਾਮ ਦਾ ਹੀ ਆਸਰਾ, ਨਾਮ ਰੂਪੀ ਬੀਜ ਹੀ ਫਲ ਦਿੰਦਾ ਹੈ। ਹੁਣ ਬੱਤੈ ਹਰ ਨਾਮ ਨਾ ਬੀਜਿਓ, ਅੱਗੇ ਭੁੱਖਾਂ ਗਿਆ ਖਾਏ। ਮਨਮੁੱਖਾਂ ਨੂੰ ਫਿਰ ਜਨਮ ਹੈ ਨਾਨਕ ਹਰ ਭਾਏ। ਹੁਣ ਮਨੁੱਖਾ ਜਨਮ ਰੂਪੀ ਬੱਤਰ ਆਇਆ ਹੋਇਆ, ਜੇ ਨਾਮ ਦਾ ਬੀਜ ਨਹੀਂ ਬੀਜਾਂਗੇ ਫਿਰ ਭੁੱਖੇ ਮਰਾਂਗੇ, ਕੀ ਖਾਵਾਂਗੇ। ਹਰ ਅੰਮ੍ਰਿਤ ਵੇਲੇ ਬੱਤੇ ਕਾ ਬੀਜਿਆ, ਭਗਤ ਖਾਏ ਖਰਚ ਰਹੇ ਨਖੁੱਟੇ ਨਾਹੀ। ਸੋ ਜਿਹੜਾ ਕੁਰਤਾ ਬੀਜ ਬੀਜਦਾ ਉਹ ਫਲ ਨਹੀਂ ਦਿੰਦਾ।
ਇਸ ਨਾਮ ਰੂਪੀ ਬੀਜ ਬੀਜੇ ਤੋਂ ਬਿਨਾ ਜੀਵੀ ਸਵਾਸਾਂ ਰੂਪੀ ਜਿਹੜਾ ਮੂਲ ਹੈ। ਸਭ ਲਾਹਾ ਮੂਲ ਗਵਾਏ ਦਾ। ਮੁਕਤੀ ਦਾ ਲਾਹ ਤਾਂ ਕੀ ਲੈਣਾ, ਮੁੱਢ ਵੀ ਸਵਾਸਾਂ ਦਾ ਗਵਾ ਬੈਠਦਾ ਹੈ। ਜਾਂ ਪਰਲੋਕ ਦਾ ਸਰੂਪ ਰੂਪੀ ਲਾਹਾ, ਪਰਲੋਕ ਦਾ ਸੁਖ ਰੂਪੀ ਲਾਹਾ ਤੇ ਪੁੰਨਾ ਰੂਪੀ ਮੂਲ ਪੂੰਜੀ ਸਾਰੀ ਗਵਾ ਲੈਂਦਾ ਹੈ। ਕਲ ਯੁਗ ਮੈਂ ਹੈ ਕੀਰਤਨ ਪ੍ਰਧਾਨਾ। ਇਸ ਕਲਯੁਗ ਦੇ ਭਿਆਨਕ ਸਮੇਂ ਵਿੱਚ ਪਰਮੇਸ਼ਰ ਦਾ ਕੀਰਤਨ ਜਸ ਕਰਨਾ ਹੀ ਪ੍ਰਧਾਨ ਮੁਖੀ ਸਾਧਨ ਹੈ। ਜਿਵੇਂ ਗੁਰਦੁਆਰੇ ਦੀ ਕਮੇਟੀ ਦਾ ਇੱਕ ਪ੍ਰਧਾਨ ਹੁੰਦਾ, ਪ੍ਰਧਾਨ ਦੇ ਸਾਰੇ ਆਖੇ ਲੱਗਦੇ ਨੇ। ਦੇਸ਼ ਦਾ ਰਾਜਾ ਹੁੰਦਾ ਹੈ, ਪ੍ਰਧਾਨ ਮੰਤਰੀ ਹੁੰਦਾ ਹੈ, ਸਾਰੀ ਉਹਦੇ ਚੱਲਦੀ ਹੈ ਸਾਰੇ ਪਾਸੇ। ਕਿਸੇ ਸਭਾ ਸੁਸਾਇਟੀ ਦਾ ਪ੍ਰਧਾਨ ਹੈ, ਸਭ ਉਹਦੇ ਅਧੀਨ ਨੇ। ਇਉਂ ਜਿੰਨੇ ਕਰਮ ਧਰਮ ਨੇ, ਪੁੰਨ ਦਾਨ ਜਪ ਤਪ ਜੇਤੇ ਸਭ ਉੱਪਰ ਨਾਮ, ਸਭਨਿਆਂ ਦਾ ਪ੍ਰਧਾਨ ਕੀਰਤਨ ਹੈ। ਗੁਰਮੁਖ ਜਪੀਐ ਲਾਏ ਧਿਆਨਾ। ਜੋ ਮੁਖੀ ਗੁਰਾਂ ਜਾਂ ਗੁਰਮੁਖਾਂ ਦੀ ਸੰਗਤ ਦੁਆਰਾ ਧਿਆਨ ਲਾ ਕੇ ਸੁਰਤ ਲਾ ਕੇ ਜਪਦੇ ਨੇ, ਉਹਨਾਂ ਨੂੰ ਮਹਾਰਾਜ ਨੇ ਹਾਲ ਕਰ ਦਿੰਦਾ ਹੈ। ਸਾਧ ਸੰਗ ਕਲ ਕੀਰਤਨ ਗਾਇਆ, ਨਾਨਕ ਤੇ ਬਾਹਰ ਨਾ ਆਇਆ। ਜਿਨ੍ਹਾਂ ਨੇ ਸਾਧ ਸੰਗਤ ਵਿੱਚ ਰਲ ਕੇ ਮਿਲ ਕੇ ਗੁਰੂ ਜੀ ਮਹਾਰਾਜ ਦੀ ਬਾਣੀ ਦਾ ਕੀਰਤਨ ਗਾਇਆ ਹੈ, ਉਹ ਮੁੜ ਕੇ ਜੂਨਾਂ ਦੇ ਵਿੱਚ ਨਹੀਂ ਆਇਆ ਹੈ। ਆਪ ਤਰੈ ਸਗਲੇ ਕੁਲ ਤਾਰੇ। ਜੋ ਮਨੁੱਖ ਆਪ ਨਾਮ ਜਪਦਾ, ਉਹ ਆਪ ਤਾਂ ਸੰਸਾਰ ਸਮੁੰਦਰ ਤੋਂ ਤਰਦਾ ਹੀ ਹੈ, ਸਗੋਂ ਆਪਣੀਆਂ ਸਾਰੀਆਂ ਕੁਲਾਂ ਨੂੰ ਵੀ ਤਾਰ ਦਿੰਦਾ ਹੈ। ਆਪ ਤਰੇ ਤਾਰੇਨ ਸਿਰਠ। ਹਰ ਦਰਗਹਿ ਪਤ ਸਿਉ ਜਾਏਂਦਾ। ਹਰ ਹਰੀ ਪਰਮੇਸ਼ਰ ਦੀ ਸੱਚਖੰਡ ਰੂਪੀ ਦਰਗਾਹ ਵਿੱਚ ਇੱਜ਼ਤ ਪਤ ਨਾਲ ਹੋ ਜਾਂਦਾ ਹੈ। ਖੰਡ ਪਤਾਲ ਦੀਪ ਸਭ ਲੋਆ। ਜਿੰਨੇ ਵੀ 9 ਖੰਡ, 7 ਪਤਾਲ, 7 ਦੀਪ ਤੇ ਹੋਰ ਸਾਰੇ ਲੋਕ ਹਨ, ਸਭ ਕਾਲੈ ਵਸ ਆਪ ਪ੍ਰਭ ਕੀਆ। ਪਰਮੇਸ਼ਰ ਨੇ ਆਪ ਹੀ ਸਾਰਾ ਕੁਝ ਕਾਲ ਦੇ ਅਧੀਨ ਕੀਤਾ ਹੋਇਆ ਹੈ। ਨਿਹਚਲ ਏਕ ਆਪ ਅਬਿਨਾਸੀ। ਇੱਕ ਨਾਸ਼ ਤੋਂ ਰਹਿਤ ਪਰਮੇਸ਼ਰ ਆਪ ਅਚਲ ਸਰੂਪ ਹੈ। ਸੋ ਨਿਹਚਲ ਜੋ ਤਿਸ ਹੈ ਧਿਆਏਂਦਾ। ਅਤੇ ਜਿਹੜਾ ਤਿਸ ਵਾਹਿਗੁਰੂ ਨੂੰ ਧਿਆਉਂਦਾ ਸਿਮਰਨਾ ਕਰਦਾ, ਉਹ ਵੀ ਅਚਲ ਪਦਵੀ ਤੇ ਪਹੁੰਚ ਜਾਂਦਾ ਹੈ। ਹਰ ਕਾ ਸੇਵਕ ਸੋ ਹਰ ਜਿਹਾ। ਜੋ ਹਰੀ ਪਰਮੇਸ਼ਰ ਦਾ ਦਾਸ ਹੈ, ਉਸ ਦਾ ਪਰਮੇਸ਼ਰ ਵਰਗਾ ਹੀ ਪ੍ਰਤਾਪ ਹੋ ਜਾਂਦਾ ਹੈ। ਹਰ ਜਨ ਦੋਈ ਏਕ ਹੈ, ਬਿਬ ਵਿਚਾਰ ਕਛ ਨਾਹੇ। ਜਲ ਤੇ ਉਪਜਿਤ ਰੰਗ ਜਿਉ, ਜਲ ਹੀ ਵਿਖੈ ਸਮਾਹੇ। ਕਹੋ ਕਬੀਰ ਜਨ ਭਏ ਖਾਲਸੇ, ਪ੍ਰੇਮ ਭਗਤ ਜੇ ਜਾਨੀ। ਜਿਹੜੇ ਕਬੀਰ ਜੀ ਕਹਿੰਦੇ ਖਾਲਸੇ ਹੋਏ, ਪ੍ਰੇਮਾ ਭਗਤੀ ਕਰਨੀ ਜਾਣਗੇ, ਉਹ ਗੁਰੂ ਗੋਬਿੰਦ ਸਿੰਘ ਨੇ ਕਹਿ ਦਿੱਤਾ, ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੋ ਕਰੋ ਨਿਵਾਸ। ਸਿੰਘ ਤਾਂ ਮਹਾਰਾਜ ਨੇ ਆਪ ਦਾ ਰੂਪ ਦੱਸਿਆ। ਜਿਹੜੀ ਸਿੰਘਣੀ ਬੀਬੀ ਹੈ, ਉਹਨੂੰ ਮਹਾਰਾਜ ਨੇ ਕੌਰ ਬਣਾਇਆ। ਜਿਹੜਾ ਕਮਰ ਹੁੰਦਾ ਹੈ, ਉਹ ਟਿੱਕੇ ਤੋਂ ਛੋਟਾ ਭਰਾ ਹੁੰਦਾ। ਟਿੱਕਾ ਤਾਂ ਰਾਜੇ ਤੋਂ ਬਾਅਦ ਗੱਦੀ ਦਾ ਅਧਿਕਾਰੀ ਹੁੰਦਾ। ਜਿਹੜਾ ਕਮਰ ਹੁੰਦਾ, ਉਹ ਛੋਟਾ ਭਰਾ ਹੁੰਦਾ ਹੈ, ਟਿੱਕੇ ਤੋਂ ਛੋਟਾ। ਇਉਂ ਬੀਬੀਆਂ ਨੂੰ ਵੀ ਮਹਾਰਾਜ ਨੇ ਆਪ ਦੇ ਪੁੱਤਰ ਬਣਾਇਆ, ਮਾਤਾ ਭਾਗੋ ਜੀ ਵਰਗੀਆਂ ਨੂੰ। ਸੋ ਜਿਹੜਾ ਮਹਾਰਾਜ ਦਾ ਸੰਤ ਹੈ, ਭਗਤ ਹੈ, ਉਹ ਰੱਬ ਦਾ ਹੀ ਰੂਪ ਹੋ ਜਾਂਦਾ। ਕਬੀਰ ਤੂੰ ਕਰਤਾ ਤੂੰ ਹੁਆ, ਮੁਝ ਮੈਂ ਰਹਾ ਨਾ ਹੂੰ। ਜਬ ਆਪਾ ਪਰਕਾ ਮਿਟ ਗਿਆ, ਜਤ ਦੇਖੋ ਤਤ ਤੂੰ। ਬਾਬਾ ਹਨੂਮਾਨ ਸਿੰਘ ਜੀ ਵਰਗਾ ਹਰੀ ਦਾ ਸੇਵਕ, ਉਹ ਹਰੀ ਵਰਗਾ ਹੀ ਹੈ। ਭੇਦ ਨਾ ਜਾਣੋ ਮਾਨਸ ਦੇਹਾ। ਉਸ ਦਾ ਮਨੁੱਖਾ ਸਰੀਰ ਵੇਖ ਕੇ ਪਰਮੇਸ਼ਰ ਨਾਲੋਂ ਉਹਦਾ ਫਰਕ ਨਾ ਜਾਣੋ। ਅੱਗੇ ਦ੍ਰਿਸ਼ਟਾਂਤ ਦੇ ਕੇ ਸਮਝਾਉਂਦੇ ਨੇ, ਜਿਉ ਜਲ ਤਰੰਗ ਉਠੈ ਬਹੁ ਭਾਤੀ। ਜਿਵੇਂ
ਪਾਣੀ ਵਿੱਚੋਂ ਹਵਾ ਕਾਰਨ ਬਹੁਤ ਤਰ੍ਹਾਂ ਕਰਕੇ ਲਹਿਰਾਂ ਉੱਠਦੀਆਂ ਨੇ। ਫਿਰ ਸਲਲੈ ਸਲਲ ਸਮਾਏਂਦਾ, ਉਹਨਾਂ ਦਾ ਰੂਪ ਫਿਰ ਮੁੜ ਕੇ ਦੁਬਾਰਾ ਜਲ ਵਿੱਚ ਜਲ ਰੂਪ ਹੋ ਕੇ ਮਿਲ ਜਾਂਦਾ ਹੈ। ਇਸੇ ਪ੍ਰਕਾਰ ਜਿਉ ਜਲ ਤਰੰਗ ਉਠੈ ਬਹੁ ਭਾਤੀ, ਈਸ਼ਰ ਦੀ ਇੱਛਾ ਰੂਪ ਹਵਾ ਵਗਣ ਕਰਕੇ ਅਨੰਤ ਜੀਵਾਂ ਰੂਪ ਲਹਿਰਾਂ ਉੱਠ ਪੈਂਦੀਆਂ ਨੇ। ਜਦੋਂ ਆਪਣੀ ਇੱਛਾ ਰੋਕ ਲੈਂਦਾ ਤਦੋਂ ਜੀਵਾਂ ਰੂਪ ਲਹਿਰਾਂ ਦਾ ਪਾਣੀ ਬ੍ਰਹਮ ਰੂਪ ਪਾਣੀ ਵਿੱਚ ਸਮਾ ਜਾਂਦਾ ਹੈ। ਫਿਰ ਸਲਲੈ ਸਲਲ ਸਮਾਏਂਦਾ, ਜੀਵ ਆਤਮਾ ਪਰਮਾਤਮਾ ਦੇ ਵਿੱਚ ਲੀਨ ਹੋ ਜਾਂਦੀ ਹੈ। ਤਤ ਤਤਾਂ 'ਚ ਮਿਲ ਜਾਂਦੇ ਹਨ। ਪਵਨ ਮਹਿ ਪਵਨ ਸਮਾਇਆ, ਜੋਤੀ ਮੈਂ ਜੋਤ ਰਲ ਜਾਇਆ। ਮਾਟੀ ਮਾਟੀ ਹੋਈ ਏਕ, ਰੋਣ ਹਾਰੇ ਕੀ ਕਮਨ ਟੇਕ। ਇਕ ਜਾਚਕ ਮੰਗੈ ਦਾਨ ਦੁਆਰੈ, ਹੇ ਪ੍ਰਭੂ ਮੈਂ ਤੇਰਾ ਮੰਗਤਾ ਹੋ ਕੇ ਤੇਰੇ ਦਰ ਤੋਂ ਇੱਕ ਦਰਸ਼ਨਾਂ ਦਾ ਦਾਨ ਮੰਗਦਾ ਹਾਂ। ਦਰਸ਼ਨ ਮੰਗੋ ਦੇਹ ਪਿਆਰੇ, ਤੁਮਰੀ ਸੇਵਾ ਕੌਣ ਕੌਣ ਨਾ ਤਾਰੇ। ਦਰਸ਼ਨ 82 ਦਿਨ ਸਰਾਤ, ਚਿਤ ਮੋਹ ਐਣ ਦਿਨ ਨੀਤ। ਖੋਲ ਕਪੜ ਗੁਰ ਮੇਲੀਆ, ਨਾਨਕ ਹਰ ਸੰਗ ਮੀਤ। ਜਾ ਪ੍ਰਭ ਭਾਵੈ ਤਾਂ ਕਿਰਪਾ ਧਾਰੈ, ਹੇ ਪਰਮੇਸ਼ਰ ਜਦ ਤੈਨੂੰ ਭਾ ਜਾਵੇ ਤਦੋਂ ਤੂੰ ਆਪਣੀ ਮਿਹਰ ਧਾਰਨੀ ਕਰ। ਦੇਹੁ ਦਰਸ ਜਿਤ ਮਨ ਤ੍ਰਿਪਤਾਸੈ, ਹੇ ਪ੍ਰਭੂ ਤੂੰ ਆਪਣਾ ਦਰਸ਼ਨ ਦੇਣਾ ਕਰ, ਜਿਸ ਕਰਕੇ ਮੇਰਾ ਹਿਰਦਾ ਅਤਿ ਕਰਕੇ ਰੱਜ ਜਾਵੇ। ਹਰ ਕੀਰਤਨ ਮਨ ਠਹਿਰਾਏਂਦਾ, ਅਤੇ ਤੇਰੇ ਹਰੀ ਜਸ ਕਰਕੇ ਆਪਣੇ ਮਨ ਨੂੰ ਮੈਂ ਠਹਿਰਾਉਣਾ ਕਰਾਂ। ਜਿਉ ਮੰਦਰ ਕੋ ਥਾਮੈ ਥੰਮਣ, ਤਿਉ ਗੁਰ ਕਾ ਸ਼ਬਦ ਮਨੈ ਅਸਤੰਭਣ। ਜਿਵੇਂ ਮੰਦਰ ਨੂੰ ਥੰਮਾ ਆਸਰਾ ਦਿੰਦਾ, ਇਉਂ ਗੁਰੂ ਦਾ ਸ਼ਬਦ ਗੁਰੂ ਦਾ ਕੀਰਤਨ ਬਾਣੀ ਦਾ ਸਾਡੇ ਮਨ ਨੂੰ ਟਿਕਾਉਂਦਾ ਹੈ। ਰੂੜੋ ਠਾਕੁਰ ਕਿਤੇ ਵਸ ਨਾ ਆਵੈ, ਹੇ ਸੁੰਦਰ ਪਰਮੇਸ਼ਰ ਤੂੰ ਕਿਸੇ ਸਾਧਨ ਕਰਕੇ ਅਧੀਨਗੀ ਵਿੱਚ ਨਹੀਂ ਆਉਂਦਾ। ਹਰ ਸੋ ਕਿਛ ਕਰੇ ਜੇ ਹਰ ਕਿਆ ਸੰਤਾ ਭਾਵੈ, ਹੇ ਹਰੀ ਪ੍ਰਭੂ ਤੂੰ ਉਹੀ ਕੁਝ ਕਰ ਦਿੰਦਾ ਹੈ। ਹੇ ਹਰੀ ਜਿਹੜਾ ਕੁਝ ਆਪ ਜੀ ਦਿਆਂ ਸੰਤ ਜਨਾਂ ਨੂੰ ਚੰਗਾ ਲੱਗਦਾ ਹੈ। ਕੀਤਾ ਲੋੜਨ ਸੋਈ ਕਰਾਏ ਨਾ, ਸੰਤ ਜਨ ਜੋ ਵੀ ਕਰਨਾ ਚਾਹੁੰਦੇ ਨੇ ਉਹੀ ਕੁਝ ਤੇਰੇ ਪਾਸੋਂ ਕਰਵਾ ਲੈਂਦੇ ਹਨ। ਦਰ ਫੇਰ ਨਾ ਕੋਈ ਪਾਏਂਦਾ, ਸੰਤਾਂ ਦੇ ਬਚਨਾਂ ਨੂੰ ਤੇਰੇ ਦਵਾਰ ਵਿੱਚੋਂ ਕੋਈ ਵੀ ਮੋੜਨਾ ਨਹੀਂ ਪਾਉਂਦਾ। ਜਿੱਥੈ ਔ ਘਟ ਆਏ ਬਨਤ ਹੈ ਪ੍ਰਾਣੀ, ਇਹ ਪ੍ਰਾਣਾਧਾਰੀ ਜੀਵ ਜ਼ਿੰਦਗੀ ਵਿੱਚ ਜਿਸ ਥਾਂ ਵੀ ਔਖੀ ਘੜੀ ਆ ਕੇ ਬਣਦੀ ਹੈ, ਤਿੱਥੈ ਹਰ ਧਿਆਈਐ ਸਾਰਿੰਗ ਪਾਣੀ। ਉਸ ਜਗ੍ਹਾ ਸਾਰੰਗਨਾਮੇ ਤਨਕ ਨੂੰ ਆਪਣੇ ਹੱਥਾਂ 'ਚ ਫੜਨ ਵਾਲੇ ਹਰੀ ਪਰਮੇਸ਼ਰ ਦੇ ਨਾਮ ਨੂੰ ਧਿਆਉਣਾ ਕਰੀਏ। ਜਿੱਥੈ ਪੁੱਤਰ ਕਲਤਰ ਨਾ ਬੇਲੀ ਕੋਈ, ਜਿਸ ਪਰਲੋਕ ਦੇ ਥਾਂ ਵਿੱਚ ਅੰਤ ਨੂੰ ਪੁੱਤਰ ਕਲਤਰ ਇਸਤਰੀ ਆਦਿਕ ਕੋਈ ਵੀ ਸਹਾਇਕ ਨਹੀਂ ਹੁੰਦਾ। ਤਿੱਥੈ ਹਰ ਆਪ ਛਡਾਏਂਦਾ, ਉਸ ਥਾਂ ਵੀ ਹਰੀ ਪਰਮੇਸ਼ਰ ਆਪ ਛਡਾਉਣਾ ਕਰਦਾ ਹੈ। ਵੱਡਾ ਸਾਹਿਬ ਅਗਮ ਅਥਾਹਾ, ਉਹ ਤ੍ਰੈ ਕਾਲ ਆਬਾਦ ਰੂਪ ਵੱਡਾ ਮਾਲਕ ਪ੍ਰਭੂ ਮਨ ਦੀ ਗਮਤਾ ਤੋਂ ਰਹਿਤ ਅਤੇ ਸ਼ਕਤੀ ਬਿਰਤੀ ਕਰਕੇ ਥਾਹਾ ਤੋਂ ਰਹਿਤ ਹੈ। ਕਿਉ ਮਿਲਿਐ ਪ੍ਰਭ ਵੇ ਪਰਵਾਹਾ, ਉਸ ਬੇਖਵਾਹਿਸ਼ ਪਰਮੇਸ਼ਰ ਨੂੰ ਕਿਵੇਂ ਮਿਲਣਾ ਕਰੀਏ। ਕਾਟ ਸਿਲਕ ਜਿਸ ਮਾਰਗ ਪਾਏ, ਉਹ ਪ੍ਰਭੂ ਆਪ ਹੀ ਵਾਸ਼ਨਾ ਮੋਹ ਰੂਪੀ ਫਾਹੀ ਕੱਟ ਕੇ ਜਿਸ ਨੂੰ ਭਗਤੀ ਸਹਿਤ ਗਿਆਨ ਦੇ ਰਸਤੇ ਵਿੱਚ ਪਾਉਣਾ ਕਰਦਾ ਹੈ। ਸੋ ਵਿੱਚ ਸੰਗਤ ਵਾਸਾ ਪਾਏਂਦਾ, ਉਹ ਸਤ ਸੰਗਤ ਦੇ ਵਿੱਚ ਵਸਣਾ ਪਾਉਣਾ ਕਰਦਾ ਹੈ। ਹੁਕਮ ਬੂਝੈ ਸੋ ਸੇਵਕ ਕਹੀਐ, ਜੋ ਮਨੁੱਖ ਪ੍ਰਭੂ ਦੇ ਹੁਕਮ ਨੂੰ ਬੁੱਝਦਾ ਹੈ
ਉਹੀ ਪ੍ਰਭੂ ਦਾ ਦਾਸ ਆਖੀਦਾ ਹੈ। ਬੁਰਾ ਭਲਾ ਦੋਏ ਸੰਸਰ ਸਹੀਐ। ਉਹ ਇਹ ਨਿਸ਼ਚਾ ਕਰਦਾ ਹੈ ਕਿ ਕੋਈ ਮੰਦਾ ਕਹੀ ਜਾਏ, ਕੋਈ ਚੰਗਾ ਕਹੀ ਜਾਏ, ਕੋਈ ਭਲਾ ਕਹੋ ਭਾਵੇਂ ਬੁਰਾ ਕਹੋ, ਲੋਕਾਂ ਨੇ ਤਾਂ ਕਹਿਣਾ ਹੀ ਹੈ। ਜੇ 20 ਬੰਦੇ ਤੁਹਾਨੂੰ ਚੰਗਾ ਕਹਿਣ ਵਾਲੇ ਹੋਣਗੇ ਤੇ 10 ਬੰਦੇ ਤੁਹਾਡੇ ਐਂਟੀ ਵੀ ਹੋਣਗੇ, ਤੁਹਾਡੇ ਵਿਰੋਧ ਵਿੱਚ ਵੀ ਹੋਣਗੇ। ਇਸ ਤਰ੍ਹਾਂ ਹੀ ਹੈ ਸਭ ਜਗ੍ਹਾ 'ਤੇ। ਇਸ ਲਈ ਭਗਤੀ ਜਾਂ ਨਾਮ ਵਾਲੇ ਪਾਸੇ ਤੋਂ ਕਦੀ ਵੀ ਨਾ ਹਟੋ। ਕਿਸੇ ਦੀ ਕੋਈ ਗੱਲ ਸੁਣ ਕੇ, ਭਾਵੇਂ ਕੋਈ ਮੰਦਾ ਕਹੀ ਜਾਏ ਭਾਵੇਂ ਚੰਗਾ ਕਹੀ ਜਾਏ, ਹਮ ਤਨ ਦੀ ਉਹ ਹੈ ਢਾਰ। ਇਹ ਦੋਵੇਂ ਸੁਭਾਵਾਂ ਨੂੰ ਇੱਕ ਸਮਾਨ ਸਹਾਰਨਾ ਚਾਹੀਦਾ। ਹਰਖ ਸੋਗ ਤੇ ਰਹਿ ਨਿਆਰੋ, ਨਾਹੀਂ ਮਾਨ ਅਪਮਾਨ। ਪਹਿਲਾਂ ਹੁੰਦਾ ਸੀਗਾ ਵੀ ਫਲਾਣੇ ਨੇ ਆਹ ਕਹਿਤਾ, ਫਲਾਣੇ ਨੇ ਉਹ ਕਿਉਂ ਕਹਿਤਾ। ਹੁਣ ਤਾਂ ਖਾਧੀਆਂ ਪੀਤੀਆਂ ਖਾ ਕੇ ਡਕਾਰ ਮਾਰ ਕੇ ਅੱਗੇ ਇਹਨੂੰ ਚਲੇ ਜਾਓ। ਜਿੱਥੇ ਬੈਠੇ ਹੋ ਜਿਹੜੀ ਗੱਲ ਕਿਤੇ ਹੋਈ ਹੈ ਆਪਦੀ ਦਰੀ ਥੱਲੇ ਦੱਬ ਕੇ ਉੱਤੇ ਬਹਿ ਜਾਓ। ਜਦੋਂ ਉੱਠ ਕੇ ਜਾਣਾ ਛੱਡ ਕੇ ਤੁਰ ਜਾਓ। ਜੇ ਕੋਈ ਬਾਹਰ ਸੁਣਿਆ ਜੋੜੇ ਘਰ ਜਮ੍ਹਾਂ ਕਰਾ ਕੇ ਆਓ ਅਤੇ ਜਾਂਦੀ ਬਾਕੀ ਇੱਥੇ ਛੱਡ ਜਾਓ। ਜੇ ਤੁਸੀਂ ਨਾਲ ਲੈ ਕੇ ਆਪਦੇ ਬੈੱਡਰੂਮ 'ਚ ਜਾਓਗੇ ਫਿਰ ਸੌਂ ਨਹੀਂ ਸਕੋਗੇ, ਕਮਲੇ ਹੋ ਜਾਓਗੇ। ਇਸ ਵਾਸਤੇ ਸੋਚਣਾ ਨਹੀਂ ਚਾਹੀਦਾ। ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸੀ ਹੈ ਕੋਈ ਵੇ ਪ੍ਰਵਾਸ ਦਾ ਰੰਗ ਹਰਕੈ, ਜਾ ਕੋ ਪਾਕ ਸੁਆਮੀ। ਇਸ ਲਈ ਕੋਈ ਭਲਾ ਕਹੂੰ ਭਾਵੇਂ ਬੁਰਾ ਕਹੂੰ, ਹਮ ਤਨ ਦੀ ਉਹ ਹੈ ਢਾਰ। ਹਰਖ ਸੋਗ ਤੇ ਰਹਿ ਨਿਆਰੋ, ਨਾਹੀਂ ਮਾਨ ਅਪਮਾਨ। ਇੱਕ ਬਰਾਬਰ ਆਪ ਦਾ ਸੁਭਾਅ ਰੱਖੇ, ਕੋਈ ਗੁੱਸਾ ਨਾ ਕਰੇ, ਕੋਈ ਖੁਸ਼ੀ ਨਾ ਮਨਾਏ। ਹਉ ਮੈਂ ਜਾਏ ਤਾਂ ਏਕੋ ਬੂਝੈ। ਕੋਈ ਮਾੜਾ ਜਾਂ ਚੰਗਾ ਕਿਹਨੂੰ ਕਹਿੰਦਾ ਦੱਸੋ। ਫਲਾਣਾ ਸਿੰਘ ਕਿਹਦਾ ਨਾਮ ਹੈ ਦੱਸੋ। ਇਹ ਜਿਹੜਾ ਸਰੀਰ ਹੈ ਇਹ ਤਾਂ ਹੈ ਹੀ ਨਿਕੰਮਾ, ਮਿੱਟੀ ਦਾ ਪੁਤਲਾ ਹੈ। ਜੇ ਕੋਈ ਮਿੱਟੀ ਨੂੰ ਬੁਰਾ ਭਲਾ ਕਹਿ ਰਿਹਾ ਤੇ ਕਹੀ ਜਾਏ ਪਿਆ, ਸਾਨੂੰ ਕੀ। ਤੁਸੀਂ ਆਪਦੇ ਮਨ ਦੇ ਕਿਉਂ ਅਸਰ ਕਰਦੇ ਹੋ। ਜਿਸ ਮਨੁੱਖ ਦੇ ਅੰਦਰੋਂ ਆਪਦੀ ਮਿੱਟੀ ਦੀ ਹੰਗਤਾ ਹੀ ਚਲੀ ਗਈ, ਉਹ ਆਪਣੇ ਆਪ ਨੂੰ ਸਮਝਦਾ ਹੀ ਕੁਝ ਨਹੀਂ। ਉਹ ਤਾਂ ਇਹ ਕਹਿੰਦਾ ਨਿੰਦੋ ਨਿੰਦੋ ਮੋਕੋ ਲੋਕ ਨਿੰਦੋ, ਨਿੰਦਾ ਜਨ ਕੋ ਖਰੀ ਪਿਆਰੀ। ਸੋ ਤਾਂ ਅਦਵੈਤ ਸਰੂਪ ਪ੍ਰਭੂ ਨੂੰ ਬੁੱਝਦਾ ਹੈ। ਜੇ ਤੁਸੀਂ ਸੋਚੋਗੇ ਤਾਂ ਰੱਬ ਨੂੰ ਨਹੀਂ ਪਾ ਸਕਦੇ, ਐਵੇਂ ਝਗੜੇ ਹੀ ਕਰਦੇ ਰਹੋਗੇ। ਹਉ ਮੈਂ ਜਾਏ ਤਾਂ ਏਕੋ ਬੂਝੈ। ਜੇ ਆਪਦੀ ਸਰੀਰ ਦੀ ਆਪਦੇ ਗੁਣਾਂ ਦੀ ਹਉਮੈ ਚਲੀ ਜਾਏਗੀ ਤਾਂ ਹੀ ਇੱਕ ਨੂੰ ਸਮਝੋਗੇ, ਨਹੀਂ ਤਾਂ ਝਮੇਲਿਆਂ 'ਚ ਹੀ ਪਏ ਰਹੋਗੇ। ਸੋ ਗੁਰਮੁਖ ਸਹਿਜ ਸਮਾਏਂਦਾ। ਜਿਹਦੀ ਹਉਮੈ ਨਿਵਰਤ ਹੁੰਦੀ ਹੈ ਉਹੀ ਮੁਖੀ ਗੁਰਾਂ ਦੁਆਰਾ ਸ਼ਾਂਤ ਸਰੂਪ ਵਿੱਚ ਸਮਾਉਂਦਾ ਹੈ। ਹਰ ਕੇ ਭਗਤ ਸਦਾ ਸੁਖ ਵਾਸੀ। ਹਰੀ ਪਰਮੇਸ਼ਰ ਦੇ ਭਗਤ ਸੇਵਕ ਹਮੇਸ਼ਾ ਹੀ ਸੁਖ ਸਰੂਪ ਦੇ ਵਿੱਚ ਵਸਣਾ ਕਰਦੇ ਨੇ। ਬਾਲ ਸੁਭਾਏ ਅਤੀਤ ਉਦਾਸੀ। ਉਹਨਾਂ ਦਾ ਬਾਲਕਾ ਵਰਗਾ ਸੁਭਾਅ ਹੁੰਦਾ, ਭਾਵ ਵੈਰੀ ਮਿੱਤਰ ਵਿੱਚ ਸਮਾਨ ਬਿਰਤੀ ਰੱਖਦੇ ਨੇ ਅਤੇ ਸੰਸਾਰ ਵੱਲੋਂ ਅਸੰਗ ਹੋ ਕੇ ਵਿਸ਼ਿਆਂ ਤੇ ਮਾਇਆ ਦੇ ਮੋਹ ਤੋਂ ਉਦਾਸੀਨ ਰਹਿੰਦੇ ਹਨ। ਅਨਕ ਰੰਗ ਕਰਹਿ ਬਹੁ ਭਾਤੀ। ਉਹ ਭਗਤ ਬਹੁਤ ਤਰ੍ਹਾਂ ਕਰਕੇ ਅਨੇਕਾਂ ਹੀ ਪ੍ਰੇਮ ਦੇ ਕੌਤਕ ਕਰਦੇ ਨੇ। ਜਿਉ ਪਿਤਾ ਪੂਤ ਲਡਾਏਂਦਾ। ਜਿਵੇਂ ਪਿਓ ਆਪਣੇ ਪੁੱਤਰ ਨੂੰ ਲਾਡ ਲਡਾਉਂਦਾ, ਤਿਵੇਂ ਪ੍ਰਭੂ ਆਪਦੇ ਭਗਤਾਂ ਨੂੰ ਪ੍ਰੇਮ ਦੇ ਖੇਲ ਵਿੱਚ ਲਾਡ ਲਡਾਉਂਦਾ ਹੈ। ਤੇਰਾ ਭਰੋਸਾ ਪਿਆਰੇ, ਮੈਂ ਲਾਡ ਲਡਾਇਆ, ਭੁੱਲੇ ਚੁੱਕੇ ਬਾਰਕ, ਤੂੰ ਹਰ ਪਿਤਾ ਮਾਇਆ। ਅਗਮ ਅਗੋਚਰ ਕੀਮਤ ਨਹੀਂ ਪਾਈ। ਉਹ ਪ੍ਰਭੂ ਮਨ ਕਰਕੇ ਗਮ ਦਾ ਤੂੰ ਰਹਿਤ, ਇੰਦਰੀਆਂ ਦੇ ਅਵਿਸ਼ੇ ਹੈ। ਉਸ ਦੀ ਸਮਗਰ ਮਹਿਮਾ ਰੂਪ ਕੀਮਤ ਨਹੀਂ ਪਾਈ ਜਾ ਸਕਦੀ। ਤਾਂ ਮਿਲਿਐ ਜਾਂ ਲਏ ਮਿਲਾਈ। ਤਾਂ ਹੀ ਉਹਦੇ ਨਾਲ ਮਿਲ ਸਕੀਦਾ ਜਾਂ ਉਹ ਆਪ ਗੁਰਾਂ ਦੁਆਰਾ ਆਪਣੇ ਸਰੂਪ ਨਾਲ ਮੇਲ ਲੈਂਦਾ ਹੈ। ਗੁਰਮੁਖ ਪ੍ਰਗਟ ਭਇਆ ਤਿਨ ਜਨ ਕਉ। ਉਹ ਪ੍ਰਭੂ ਮੁਖੀ ਗੁਰਾਂ ਦੁਆਰਾ ਤਿੰਨਾਂ ਪੁਰਖਾਂ ਨੂੰ ਹਿਰਦੇ 'ਚ ਪ੍ਰਗਟ ਪ੍ਰਤੱਖ ਸਾਖਸ਼ਾਤ ਹੋਇਆ ਹੈ। ਜਿਨ ਧੁਰ ਮਸਤਕ ਲੇਖ ਲਿਖਾਏਂਦਾ। ਜਿਨ੍ਹਾਂ ਦੇ ਧੁਰ ਆਦਿ ਤੋਂ ਹੀ ਮੱਥੇ ਤੇ ਪ੍ਰਾਪਤੀ ਦਾ ਲੇਖ ਲਿਖਾ ਦਿੰਦਾ ਹੈ। ਤੂੰ ਆਪੇ ਕਰਤਾ ਕਾਰਨ ਕਰਣਾ। ਹੇ ਪ੍ਰਭੂ ਤੂੰ ਆਪ ਹੀ ਸ੍ਰਿਸ਼ਟੀ ਦਾ ਰਚਨਹਾਰ ਹੈ,
ਆਪ ਹੀ ਸਾਰੇ ਕਾਰਨਾਂ ਨੂੰ ਕਰਨ ਵਾਲਾ ਹੈ। ਸ੍ਰਿਸ਼ਟ ਉਪਾਏ ਧਰੀ ਸਭ ਧਰਨਾ। ਤੂੰ ਆਪ ਹੀ ਇਹ ਸ੍ਰਿਸ਼ਟੀ ਪੈਦਾ ਕਰਕੇ ਸਾਰੀ ਧਰਤੀ ਆਪ ਦੇ ਆਸਰੇ ਰੱਖੀ ਹੋਈ ਹੈ। ਜਨ ਨਾਨਕ ਸਰਣ ਪਿਆ ਹਰ ਦੁਆਰੈ। ਸਤਿਗੁਰੂ ਮਹਾਰਾਜ ਸਾਹਿਬ ਜੀ ਕਥਨ ਕਰਦੇ ਨੇ ਕਿ ਹੇ ਹਰੀ ਪ੍ਰਭੂ, ਮੈਂ ਦਾਸ ਤੇਰੀ ਓਟ ਦੇ ਦਰ ਉੱਪਰ ਪਿਆ ਹੋਇਆ ਹਾਂ। ਹਰ ਭਾਵੈ ਲਾਜ ਰਖਾਏਂਦਾ। ਹੇ ਹਰੀ, ਹੁਣ ਜਿਵੇਂ ਤੈਨੂੰ ਭਾਉਂਦਾ ਹੈ ਤਿਵੇਂ ਮੇਰੀ ਇੱਜ਼ਤ ਰਖਾਉਣੀ ਕਰ। ਮੇਰੀ ਇੱਜ਼ਤ ਤੇਰੇ ਹੱਥ ਹੈ ਜੀ। ਮੈਂ ਤਾਂ ਤੇਰੇ ਦੁਆਰੇ ਤੇਰੀ ਸ਼ਰਨ ਵਿੱਚ ਪਿਆ, ਭੁੱਲ ਚੁੱਕਿਆ ਮੈਂ ਗੁਰੂ, ਅੱਗੇ ਤੋਂ ਸਮਤ ਬਖਸ਼ੋ। ਤੂੰ ਆਪੇ ਕਰਤਾ ਕਾਰਨ ਕਰਣਾ। ਸ੍ਰਿਸ਼ਟ ਉਪਾਏ ਧਰੀ ਸਭ ਧਰਣਾ। ਜਨ ਨਾਨਕ ਸਰਣ ਪਿਆ ਹਰ ਦੁਆਰੈ। ਹਰ ਭਾਵੈ ਲਾਜ ਰਖਾਏਂਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਏਕ ਓੰਕਾਰ ਸਤਿਗੁਰੂ ਪ੍ਰਸਾਦ। ਆਨੰਦ ਭਇਆ ਮੇਰੀ ਮਾਈ ਸਤਿਗੁਰੂ ਮੈਂ ਪਾਇਆ। ਸਤਿਗੁਰ ਦਾ ਪਾਇਆ ਸਹਿਜ ਸੇਤੀ ਮਨ ਵਜੀਆਂ ਵਧਾਈਆਂ। ਰਾਗ ਰਤਨ ਬਰਵਾਨ ਬਰੀਆਂ ਸ਼ਬਦ ਗਾਉਣ ਆਈਆਂ। ਸ਼ਬਦੋ ਤੰਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ।